हम निर्गुण लेहो उबारी। सदबख्शिंद सदा मेहरबाना, सबना दे आधारी। नानक दास संत पाछै परयो, राख लियो एह बारी। नानक दास संत पाछै परयो, राख लियो एह बारी। सुकाओ टल गुर सेवियै, ऐनस सहज सुभाए। दर्शन परसिए गुरु के, जन्म मरण दुख जाए। होवे सिफत कसमदी, नूर अरसों कुरसों चटिया। ते सच्चे पातशाह, माल जन्म जन्म दी कटिया। सजन सच्चा पातशाह, शेर साहांदे साहो। जिस पास बैठिया सोहिया, सबना दा वेसाहो। जिस पास बैठिया सोहिया, सबना दा वेसाहो। सतनाम श्री वाहिगुरु साहिब जीओ। सोरठ महला नवा। माई मन मेरो बस नाहे, निस बासर बिकन को तावत। केह बेदर को ताहे राव। वेद पुराण सिमरत के मत, सुन निमक नाही है बसावा। पर धन पर दारा स्यों रचियो, बिरता जन्म सिरावा। माई मन मेरो बस नाहे। वाहिगुरु जी का खालसा, वाहिगुरु जी की फतेह। साहिब सतगुरु श्री गुरु ग्रंथ साहिब जी महाराज साहब जियां ने बेअंत किरपा बख्शिश करदियां होयां ਇਹ ਸਾਨੂੰ ਅੰਮ੍ਰਿਤ ਵੇਲੇ ਦੇ ਜੋ ਸੁਭਾਗ ਸਮੇਂ ਹਾਨੇ ਬਖਸ਼ਿਸ਼ ਕੀਤੇ, ਸੋਈ ਉਮਰ ਵਿੱਚ ਲੇਖੇ ਦੇ ਜੋ ਯਾਦ ਸਾਈਂ ਦੀ ਗੁਜ਼ਰੇ। ਜਿਹੜੀ ਉਮਰ ਸਾਈਂ ਪਰਮਾਤਮਾ ਅਕਾਲ ਪੁਰਖ ਨਿਰੰਕਾਰ ਦੀ ਯਾਦ ਵਿੱਚ ਉਹਦਾ ਸਿਮਰਨ ਕਰਦਿਆਂ ਹੋਇਆਂ, ਉਸ ਦੀ ਸਿਫਤ ਕਰਦਿਆਂ ਹੋਇਆਂ ਜਿਹੜਾ ਸਮਾਂ ਨਿਕਲ ਜਾਵੇ, ਉਹ ਸਮਾਂ ਉਹ ਉਮਰਾਂ ਲੇਖੇ ਦੇ ਵਿੱਚ ਹੈ। ਸੋਈ ਉਮਰ ਵਿੱਚ ਲੇਖੇ ਦੇ ਜੋ ਯਾਦ ਸਾਈਂ ਦੀ ਗੁਜ਼ਰੇ। ਜਿਸ ਸਮੇਂ ਪਰਮਾਤਮਾ ਚਿੱਤ ਆਇਆ ਹੈ, ਉਸ ਨੂੰ ਚੇਤੇ ਕੀਤਾ ਹੈ, ਯਾਦ ਕੀਤਾ ਹੈ, ਉਹ ਉਮਰਾਂ, ਉਹ ਸਮਾਂ, ਉਹ ਸਵਾਸ ਸਫਲੇ ਹੋ ਗਏ। ਆਪ ਸੰਗਤਾਂ ਅੰਮ੍ਰਿਤ ਵੇਲੇ ਤੋਂ ਸਤਿਗੁਰਾਂ ਦੀ ਯਾਦ ਵਿੱਚ ਨਿਰੰਕਾਰ ਨੂੰ ਯਾਦ ਕਰਦਿਆਂ ਹੋਇਆਂ, ਸਤਿਗੁਰਾਂ ਦੀ ਬਾਣੀ ਪੜ੍ਹ ਕੇ ਸੁਣ ਕੇ ਮਨੁੱਖਾ ਜਨਮ ਦੀਆਂ ਅਮੋਲਕ ਘੜੀਆਂ ਨੂੰ, ਸਵਾਸਾਂ ਨੂੰ ਸਫਲਾ ਬਣਾਇਆ ਹੈ। ਇਸ ਵੇਲੇ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀਆਂ ਦੇ ਜੀਵਨ ਦੀ ਕਥਾ ਜੋ ਸਤਿਗੁਰੂ ਜੀ ਸਾਨੂੰ ਲੜੀਵਾਰ ਸ਼ਬਦਾਂ ਦੇ ਦੁਆਰਾ ਉਪਦੇਸ਼ ਬਖਸ਼ਿਸ਼ ਕਰਦੇ ਆਪਾਂ ਸਰਵਣ ਕਰ ਰਹੇ ਹਾਂ। ਪਿਛਲੇ ਦਿਨਾਂ ਤੋਂ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀਆਂ ਦੀ ਜੋ ਬਾਣੀ ਹੈ, ਇਸ ਦੀ ਵਿਚਾਰ ਆਪਾਂ ਸਰਵਣ ਕਰ ਰਹੇ ਸੀ। 6 ਜੋ ਸ਼ਬਦ ਹਨ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਦੇ, ਉਹ ਆਪਾਂ ਪਹਿਲਾਂ ਸਰਵਣ ਕਰ ਲਏ ਨੇ। 12 ਸ਼ਬਦ ਮਹਾਰਾਜ ਜੀਆਂ ਨੇ
ਇਸ ਸੋਠ ਰਾਗ ਦੇ ਵਿੱਚ 11 ਸ਼ਬਦ ਮਹਾਰਾਜ ਜੀਆਂ ਨੇ ਬਖਸ਼ਿਸ਼ ਕੀਤੇ ਨੇ। ਸੋ ਇਹਨਾਂ 11 ਸ਼ਬਦਾਂ ਵਿੱਚੋਂ 6 ਸ਼ਬਦਾਂ ਦੀ ਵਿਚਾਰ ਆਪਾਂ ਲੜੀਵਾਰ ਕਥਾ ਦੇ ਅੰਦਰ ਸਰਵਣ ਕੀਤੀ ਹੈ। ਅੱਜ ਮਹਾਰਾਜ ਸਾਹਿਬ ਜੀ ਆਪਾਂ ਨੂੰ ਜੋ 7ਵਾਂ ਸ਼ਬਦ ਹੈ ਸੋਠ ਰਾਗ ਦਾ, ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀ ਇਹ ਉਪਦੇਸ਼ ਜਿਹੜਾ ਹੈ ਬਖਸ਼ਿਸ਼ ਕਰ ਰਹੇ ਨੇ। ਅੱਜ ਦਾ ਇਹ ਸ਼ਬਦ ਮਹਾਰਾਜ ਜੀਆਂ ਨੇ 632 ਅੰਗ ਦੇ ਉੱਪਰ ਅੰਕਿਤ ਕੀਤਾ ਹੈ। 632 ਅੰਗ ਦਾ ਸਭ ਤੋਂ ਅਖੀਰਲਾ ਸ਼ਬਦ ਮਹਾਰਾਜ ਜੀਆਂ ਨੇ ਇੱਥੇ ਦਰਜ ਕੀਤਾ ਹੈ। ਆਓ ਕੁਝ ਸਮੇਂ ਵਾਸਤੇ ਮਨ ਦੇ ਧਿਆਨ ਨੂੰ ਟਿਕਾ ਕੇ ਭਾਵਨਾ ਦੇ ਨਾਲ ਸਤਿਗੁਰਾਂ ਦੀ ਅੰਮ੍ਰਿਤ ਬਾਣੀ ਦੀ ਅੰਮ੍ਰਿਤ ਵਿਚਾਰ ਸਰਵਣ ਕਰੀਏ। ਮਿਲ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੋਰਠ ਮਹਲਾ ਨਵਾਂ। ਰਾਗ ਦਾ ਨਾਮ ਹੈ। ਇਸ ਰਾਗ ਨੂੰ ਸਵੇਰ ਵੇਲੇ ਗਾਇਆ ਜਾ ਸਕਦਾ ਹੈ। ਇਹ ਪਹਿਲੇ ਪੈਰ ਦਾ ਰਾਗ ਗਾਉਣ ਦਾ ਇਸ ਦਾ ਸਮਾਂ ਹੈ ਅਤੇ ਮਹੱਲਾ ਨਾਮ ਗੁਰਮੁਖੋ ਸਰੂਪ ਦਾ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਇਹ ਸ਼ਬਦ ਇਹ ਬਚਨ ਵਾਰ-ਵਾਰ ਆਉਂਦਾ। ਮਹੱਲਾ ਕਈ ਵਾਰੀ ਅਸੀਂ ਸਹਿਜ ਪਾਠ ਕਰਦੇ ਹਾਂ, ਬਾਣੀ ਪੜ੍ਹਦੇ ਹਾਂ ਅਤੇ ਸਾਨੂੰ ਪਤਾ ਨਹੀਂ ਲੱਗਦਾ ਮਹੱਲੇ ਦਾ ਕੀ ਭਾਵ ਹੈ। ਅਸੀਂ ਸਵਾਲ ਵੀ ਕਰ ਦਿੰਦੇ ਹਾਂ ਮਹੱਲੇ ਤੋਂ ਭਾਵ ਹੁੰਦਾ ਸਰੂਪ, ਕਿਹੜੇ ਸਰੂਪ ਦੀ ਬਾਣੀ ਹੈ। ਅੱਗੇ ਮਹਾਰਾਜ ਉਹਦਾ ਅੰਕ ਲਿਖ ਦਿੰਦੇ। ਇਹ 5ਵੇਂ ਪਾਤਸ਼ਾਹ ਦੀ ਜਾਂ 9ਵੇਂ ਪਾਤਸ਼ਾਹ ਦੀ ਬਾਣੀ ਉਹ ਅੰਕ ਦਰਜ ਕੀਤਾ ਜਾਂਦਾ। ਜਿਵੇਂ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀ 9ਵੇਂ ਗੁਰੂ ਨੇ ਅਤੇ ਫਿਰ ਮਹਾਰਾਜ ਨੇ 9ਵਾਂ ਅੰਕ ਇੱਥੇ ਲਿਖਿਆ ਵੀ 9ਵੇਂ ਸਰੂਪ ਦੀ ਇਹ ਬਾਣੀ ਹੈ। ਕਈ ਵਾਰੀ ਅਸੀਂ ਸਹਿਜ ਪਾਠ ਕਰਦੇ ਹਾਂ, ਕਈ ਸਿੱਖ ਗੁਰਬਾਣੀ ਪੜ੍ਹਨ ਵਾਲੇ ਗੁਰੂ ਪਿਆਰੇ ਇਹ ਸਵਾਲ ਕਰ ਦਿੰਦੇ ਕਿ ਜਿਸ ਤਰ੍ਹਾਂ ਸੋਰਠ ਮਹੱਲਾ 9ਵਾਂ ਲਿਖਿਆ ਜਾਂ 5ਵਾਂ ਲਿਖਿਆ, ਇਹਦੇ ਥੱਲੇ ਇੱਕ ਬੜਾ ਬਰੀਕ ਜਿਹਾ ਅੱਖਰ ਅੰਕ ਦਾ ਪਾਇਆ ਹੁੰਦਾ, 2 3 4 5 ਲਿਖਿਆ ਹੁੰਦਾ। ਕਈ ਵਾਰੀ ਕਈ ਪਿਆਰੇ ਪੁੱਛ ਲੈਂਦੇ ਵੀ ਉਹ ਥੱਲੇ ਨਿੱਕਾ ਜਿਹਾ ਅੱਖਰ ਜਿਹੜਾ ਪਾਇਆ ਹੈ ਮਹੱਲੇ ਦੇ ਉਹਦਾ ਕੀ ਭਾਵ ਹੈ। ਸੋ ਉਹਦਾ ਭਾਵ ਇਹ ਹੁੰਦਾ ਹੈ ਕਿ ਜਿਹੜਾ ਆਪਾਂ ਸ਼ਬਦ ਸਰਵਣ ਕਰਨ ਜਾ ਰਹੇ ਹਾਂ ਇਹਦੇ ਨਾਲ ਦੇ ਬਿਲਕੁਲ ਇੰਨੇ ਸ਼ਬਦ ਹਾਲੇ ਹੋਰ ਆਉਣਗੇ। ਜੇ 5 ਅੰਕ ਥੱਲੇ ਪਾਇਆ ਬਰੀਕ ਜਿਹਾ ਛੋਟਾ ਜਿਹਾ 5 ਅੱਖਰ ਲਿਖਿਆ ਅਤੇ ਉਹਦਾ ਭਾਵ ਇਹ ਹੁੰਦਾ ਵੀ ਇਹਦੇ ਨਾਲ ਦੇ 5 ਸ਼ਬਦ ਅਜੇ ਅੱਗੇ ਹੋਰ ਆਪਾਂ ਸਰਵਣ ਕਰਾਂਗੇ। ਜੇ 3 ਅੰਕ ਲਿਖਿਆ ਹੋਇਆ ਅਤੇ ਭਾਵ ਇਹ ਆ ਵੀ 3 ਸ਼ਬਦ ਇਹਦੇ ਨਾਲ ਦੇ ਅੱਗੇ ਹੋਰ ਸਰਵਣ ਕਰਾਂਗੇ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਇਸ ਤਰ੍ਹਾਂ ਉਹ ਜਿਹੜੇ ਅੰਕ ਨੇ ਕਈਆਂ ਥਾਵਾਂ 'ਤੇ ਸ਼ਲੋਕ ਦੇ ਥੱਲੇ, ਮਹੱਲਿਆਂ ਦੇ ਥੱਲੇ ਜਾਂ ਸਤਿਗੁਰਾਂ ਦੀ ਬਾਣੀ ਦੇ ਜਿੱਥੇ ਜਿੱਥੇ ਸ਼ਬਦ ਆਉਂਦੇ ਨੇ, ਜਿੱਥੋਂ ਸ਼ਬਦ ਸ਼ੁਰੂ ਹੁੰਦਾ, ਜਿੱਥੇ ਲਿਖਿਆ ਹੁੰਦਾ ਨਾ ਸ਼ਲੋਕ ਮਹੱਲਾ ਜਾਂ ਸੋਰਠ ਮਹੱਲਾ, ਉਹਦੇ ਥੱਲੇ ਇੱਕ ਨਿੱਕਾ ਜਿਹਾ ਅੰਕ ਪਾਇਆ ਬਰੀਕ ਜਿਹਾ 2 3 4 5। ਉਹਦਾ ਭਾਵ ਇਹੀ ਹੁੰਦਾ ਵੀ ਇਹਦੇ ਨਾਲ ਦੇ ਸ਼ਬਦ ਜਿਹੜੇ ਨੇ ਉਹ ਆਪਾਂ ਅੱਗੇ ਹੋਰ ਸਰਵਣ ਕਰਾਂਗੇ। ਇਸ ਤਰ੍ਹਾਂ ਇਹ ਮਹਾਰਾਜ ਜੀਆਂ ਨੇ ਜਿਹੜੇ ਗੁੱਝੇ ਭੇਦ ਹਨ ਉਹ ਗੁਰਬਾਣੀ ਵਿੱਚ ਬਖਸ਼ਿਸ਼ ਕੀਤੇ, ਜੋ ਸਮੇਂ ਸਮੇਂ 'ਤੇ ਆਪਾਂ ਉਹਨਾਂ ਦੀ ਵਿਚਾਰ ਸਰਵਣ ਕਰਦੇ ਹਾਂ। ਸੋ ਮਹੱਲਾ ਨਾਮ ਸਰੂਪ ਦਾ ਹੈ। 9ਵਾਂ ਸਰੂਪ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀਆਂ ਦਾ ਅਤੇ ਸਤਿਗੁਰੂ ਜੀ ਸੋਠ ਰਾਗ ਦਾ ਇਹ ਸ਼ਬਦ ਬਖਸ਼ਿਸ਼ ਕਰਦੇ ਹਨ। ਮਾਈ ਮਨ ਮੇਰੋ ਬਸ ਨਾਹੀ। ਸਤਿਗੁਰੂ ਬਖਸ਼ਿਸ਼ ਕਰਦੇ। ਮਾਈ ਤੋਂ ਭਾਵ ਹੈ ਹੇ ਭਾਈ, ਇਹ ਜਿਹੜਾ ਮੇਰਾ ਮਨ ਹੈ ਨਾ ਮੇਰੇ ਵੱਸ ਵਿੱਚ ਨਹੀਂ ਹੈ। ਮਨ ਤੇ ਕਿਸੇ ਦਾ ਵੀ ਵੱਸ ਵਿੱਚ ਨਹੀਂ ਆਉਂਦਾ। ਗੱਲਾਂ ਭਾਵੇਂ ਕੋਈ ਘਨੇਰੀਆਂ ਕਰੇ, ਬਹੁਤੀਆਂ ਕਰੇ, ਪਰ ਇਹ ਮਨ ਇਹੋ ਜਿਹਾ ਤਾਕਤ ਵਾਲਾ ਹੈ, ਇਹ ਜਿੰਨਾ ਚਿਰ ਗੁਰੂ ਕਿਰਪਾ ਨਾ ਕਰੇ, ਬਖਸ਼ਿਸ਼ ਨਾ ਕਰੇ, ਉਹਨਾਂ ਚਿਰ ਇਹ ਮਨ ਕਹਿਣੇ ਵਿੱਚ ਨਹੀਂ ਆਉਂਦਾ, ਕਹਿਣੇ ਤੋਂ ਬਾਹਰ ਹੀ ਰਹਿੰਦਾ ਹੈ। ਮਨ ਕੇ ਮਾਰੇ ਮਰ ਗਏ ਕਾਜੀ ਮੁੱਲਾ ਸੇਖ। ਵੱਡੇ ਵੱਡੇ ਕਾਜੀ ਜਿਹੜੇ ਕਹਿੰਦੇ ਸ਼ਰ੍ਹਾ ਸਾਡੇ ਤੋਂ ਚੱਲਦੀ ਹੈ, ਵੱਡੇ ਵੱਡੇ ਮੁਲਾਣੇ ਜਿਹੜੇ ਧਾਰਮਿਕ ਵਿੱਦਿਆ ਦੇਣ ਵਾਲੇ, ਗ੍ਰੰਥਾਂ ਨੂੰ ਪੜ੍ਹਾਉਣ ਵਾਲੇ, ਵੱਡੇ ਵੱਡੇ ਸ਼ੇਖ ਜਿਹੜੇ ਨੇ ਮੁਸ਼ੱਕਤਾਂ ਕਰਨ ਵਾਲੇ, ਮਿਹਨਤਾਂ ਕਰਨ ਵਾਲੇ ਅਮੀਰ ਆਦਮੀ, ਮਹਾਰਾਜ ਕਹਿਣ ਲੱਗੇ ਇਸ ਮਨ ਨੂੰ ਮਾਰਦਿਆਂ ਮਾਰਦਿਆਂ ਉਹ ਆਪ ਮਰ ਗਿਆ ਪਰ ਮਨ ਨਹੀਂ ਮਾਰ ਪਾਏ। ਮਨ ਕੇ ਮਾਰੇ ਮਰ ਗਏ ਕਾਜੀ ਮੁੱਲਾ ਸੇਖ। ਬੜੇ ਬੜੇ ਦੁਨੀਆ 'ਤੇ ਲੋਕ ਐਸੇ ਹੋਏ ਜਿਨ੍ਹਾਂ ਨੇ ਸੋਚਿਆ ਅਸੀਂ ਮਨ ਨੂੰ ਮਾਰਨਾ ਹੈ, ਪਰ ਮਨ ਉਹਨਾਂ ਕੋਲੋਂ ਮਰਿਆ ਨਹੀਂ। ਮਨ ਹਰ ਵੇਲੇ ਦੌੜਦਾ ਹੈ, ਭਾਵੇਂ ਕੋਈ ਅਮੀਰ ਆਦਮੀ ਹੈ, ਭਾਵੇਂ ਕੋਈ ਧਾਰਮਿਕ ਵਿਅਕਤੀ ਹੈ, ਮਨ ਦੋਨਾਂ ਦਾ ਹੀ ਭੱਜਦਾ ਹੈ।
ਇਹ ਮਤਾ ਕੋਈ ਸੋਚ ਲਵੇ ਵੀ ਗਰੀਬ ਬੰਦੇ ਦਾ ਮਨ ਤਾਂ ਭੱਜਦਾ ਵੀ ਉਹਦੇ ਕੋਲ ਗਰੀਬੀ ਹੈ ਤੇ ਹੋ ਸਕਦਾ ਉਹਦੇ ਖਿਆਲ ਉਹਨੂੰ ਮਾਇਆ ਦੇ ਆ ਜਾਣ ਤੇ ਤਾਂ ਮਨ ਭੱਜਦਾ। ਜਿਹੜਾ ਵਕਾਰੀ ਜਾਂ ਪਾਪੀ ਬੰਦਾ ਹੈ ਉਹ ਇਹ ਸੋਚ ਲਵੇ ਵੀ ਹੋ ਸਕਦਾ ਮੈਂ ਪਾਪੀ ਹਾਂ ਤੇ ਮੇਰਾ ਮਨ ਤਾਂ ਭੱਜਦਾ ਹੈ। ਨਹੀਂ, ਇਹ ਮਨ ਪਾਪੀ ਦਾ ਵੀ ਭੱਜਦਾ ਹੈ, ਇਹ ਮਨ ਧਰਮੀ ਦਾ ਵੀ ਭੱਜਦਾ ਹੈ। ਭਾਵੇਂ ਕੋਈ ਧਾਰਮਿਕ ਆਗੂ ਹੈ, ਇਹ ਮਨ ਗਰੀਬ ਦਾ ਵੀ ਦੌੜਦਾ ਹੈ ਤੇ ਮਨ ਜਿਹੜਾ ਅਮੀਰ ਦਾ ਵੀ ਦੌੜਦਾ। ਸਾਡੇ ਸਾਹਮਣੇ ਸਾਖੀ ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੀ ਜਦੋਂ ਸੁਲਤਾਨਪੁਰ ਦੀ ਧਰਤੀ ਤੇ ਨਮਾਜ਼ ਪੜ੍ਹਨ ਵਾਸਤੇ ਆਖਿਆ, ਇਹ ਸਾਖੀ ਆਪਾਂ ਬੜੀ ਵਾਰੀ ਸਰਵਣ ਕੀਤੀ ਹੈ। ਇਹਦਾ ਭਾਵ ਇਹ ਲੈ ਲੈਣਾ, ਜਦੋਂ ਨਮਾਜ਼ ਪੜ੍ਹਨ ਵਾਸਤੇ ਆਖਿਆ ਤੇ ਦੌਲਤ ਨਵਾਬ ਖਾਨ ਨਾਲ ਗਿਆ, ਜਿਹੜਾ ਇਲਾਕੇ ਦਾ ਮਾਲਕ ਹੈ, ਜਿਹੜਾ ਰਿਆਸਤ ਦਾ ਰਾਜਾ ਹੈ। ਇਹ ਨਹੀਂ ਵੀ ਉਹ ਗਰੀਬ ਹੈ ਤੇ ਉਹਦਾ ਮਨ ਤਾਂ ਦੌੜਿਆ। ਇੰਨਾ ਵੱਡਾ ਮਾਲਕ, ਐਡਾ ਵੱਡਾ ਮਾਇਆਧਾਰੀ ਆਦਮੀ ਜਿਹੜਾ ਲੋਕਾਂ ਨੂੰ ਨੌਕਰੀਆਂ ਦਿੰਦਾ, ਫੌਜਾਂ ਰੱਖੀ ਬੈਠਾ ਹੈ, ਮਨ ਤੇ ਉਹਦਾ ਵੀ ਭੱਜ ਗਿਆ ਮਸੀਤ ਵਿੱਚ ਖਲੋਤੇ ਹੋਏ ਦਾ, ਨਮਾਜ਼ ਵਿੱਚ ਮਨ ਟਿਕਿਆ ਨਹੀਂ। ਇੱਥੋਂ ਭਾਵ ਇਹ ਲੈ ਲੈਣਾ ਵੀ ਇਕੱਲਾ ਗਰੀਬ ਦਾ ਮਨ ਨਹੀਂ ਦੌੜਦਾ ਵੀ ਮੈਂ ਰੁਜ਼ਗਾਰ ਕਿੱਥੋਂ ਕਮਾਵਾਂਗਾ, ਮੈਂ ਪਰਿਵਾਰ ਦੀ ਪਾਲਣਾ ਕਿਵੇਂ ਕਰਾਂਗਾ। ਇੱਥੋਂ ਭਾਵ ਇਹ ਵੀ ਲੈ ਲੈਣਾ ਹੈ ਤੇਰੇ ਕੋਲ ਬਹੁਤੀ ਮਾਇਆ ਵੀ ਭਾਵੇਂ ਕਿਉਂ ਨਾ ਹੋਵੇ, ਮਨ ਫਿਰ ਵੀ ਦੌੜਦਾ ਹੈ, ਹੋਰ ਲਾਲਚ ਵੱਜ ਭੱਜਦਾ ਹੈ। ਗਰੀਬ ਦਾ ਮਨ ਭੱਜਦਾ, ਉੱਥੇ ਅਮੀਰ ਦਾ ਵੀ ਦੌੜਦਾ ਹੈ। ਦੌਲਤ ਨਵਾਬ ਖਾਨ ਰਿਆਸਤ ਦਾ ਰਾਜਾ, ਮਨ ਦੌੜਿਆ ਹੈ। ਮਤਾ ਕੋਈ ਇਹ ਸੋਚੇ ਵੀ ਪਾਪੀ ਦਾ ਮਨ ਭੱਜਦਾ ਹੈ, ਇੱਥੇ ਤੇ ਧਰਮੀ ਦਾ ਮਨ ਵੀ ਦੌੜਦਾ ਹੈ। ਕਾਜੀ ਨੂੰ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਆਖਿਆ, ਤੇਰਾ ਮਨ ਮਸੀਤ ਵਿੱਚ ਨਹੀਂ, ਤੇਰਾ ਸਰੀਰ ਮਸੀਤ ਵਿੱਚ ਹੈ। ਤੇ ਉਸ ਵੇਲੇ ਦੱਸਿਆ ਵੀ ਤੇਰਾ ਮਨ ਕਿੱਥੇ ਹੈ। ਇਹਦਾ ਭਾਵ ਇਹ ਲੈ ਲੈਣਾ, ਜੇ ਕੋਈ ਵਿਅਕਤੀ ਇਹ ਗੱਲ ਕਵੇ ਕਿ ਮੈਂ ਧਾਰਮਿਕ ਆਗੂ ਹਾਂ, ਮੈਂ ਪੱਕਾ ਨਿਮਾਜੀ ਹਾਂ, ਮੈਂ ਪੱਕਾ ਨਿਤਨੇਮੀ ਹਾਂ, ਮੈਂ ਧਰਮ ਕਰਮ ਦੇ ਸਾਰੇ ਕਰਮ ਕਰਦਾ ਹਾਂ, ਜਾਂ ਮੈਂ ਸਿੱਖੇ ਹੋਏ ਨੇ, ਇਹਦਾ ਮਤਲਬ ਇਹ ਨਹੀਂ ਵੀ ਇਹਦਾ ਮਨ ਟਿਕਿਆ ਹੋਇਆ, ਮਨ ਤੇ ਉਹਦਾ ਵੀ ਦੌੜਦਾ ਪਿਆ ਹੈ। ਸਾਡੇ ਸਾਹਮਣੇ ਇਹ ਸਾਖੀ ਸਾਨੂੰ ਸਿੱਖਿਆ ਦਿੰਦੀ ਹੈ। ਕਾਜੀ ਇੱਕ ਧਾਰਮਿਕ ਆਗੂ ਹੈ, ਨਮਾਜ਼ ਪੜ੍ਹਨ ਵਾਲਾ, ਮਸੀਤ ਜਾਣ ਵਾਲਾ, ਸ਼ਰ੍ਹਾ ਨੂੰ ਰੱਖਣ ਵਾਲਾ, ਪਰ ਮਨ ਤੇ ਉਹਦਾ ਵੀ ਦੌੜ ਗਿਆ ਨਮਾਜ਼ ਪੜ੍ਹਨ ਵੇਲੇ। ਦੌਲਤ ਨਵਾਬ ਖਾਨ ਅਮੀਰ ਹੈ, ਮਾਇਆ ਦੀ ਕਮੀ ਕੋਈ ਨਹੀਂ, ਪਰ ਨਮਾਜ਼ ਵੇਲੇ ਮਨ ਤੇ ਉਹਦਾ ਵੀ ਦੌੜਿਆ ਹੈ। ਇਹਦਾ ਭਾਵ ਇਹ ਹੈ ਕਿ ਮਨ ਤੇ ਸਾਰਿਆਂ ਦਾ ਹੀ ਭੱਜਦਾ, ਭਾਵੇਂ ਕੋਈ ਪੀਰ ਹੈ, ਕੋਈ ਫਕੀਰ ਹੈ, ਕੋਈ ਜੰਗਲ ਵਿੱਚ ਰਹਿਣ ਵਾਲਾ ਨਾਂਗਾ ਹੈ ਤੇ ਕੋਈ ਧਰਤੀ ਤੇ ਰਹਿਣ ਵਾਲਾ ਰਾਜਾ ਹੈ, ਭਾਵੇਂ ਕੋਈ ਧਾਰਮਿਕ ਆਗੂ ਹੈ ਤੇ ਭਾਵੇਂ ਕੋਈ ਪਾਪ ਪੁੰਨ ਕਰਨ ਵਾਲਾ ਹੈ, ਮਨ ਸਾਰਿਆਂ ਦਾ ਹੀ ਭੱਜਦਾ ਹੈ। ਸਤਿਗੁਰਾਂ ਨੇ ਤਾਂ ਬਚਨ ਲਿਖਿਆ, ਮਾਈ ਮਨ ਮੇਰੋ ਬਸ ਨਾਹੇ। ਇਹ ਮਨ ਵਸ ਆ ਜਾਵੇ, ਇਹ ਸਾਡੇ ਹੱਥ ਵਿੱਚ ਹੈ ਹੀ ਨਹੀਂ ਇੰਨੀ ਤਾਕਤ। ਮਨ ਹੈ ਬੜਾ ਜ਼ੋਰ ਵਾਲਾ, ਹੈ ਬੜੀ ਤਾਕਤ ਵਾਲਾ। ਮਨ ਦੀ ਤਾਕਤ ਦਾ ਅੰਦਾਜ਼ਾ ਇੱਥੋਂ ਤੁਸੀਂ ਲਾ ਲਵੋ, ਅਸੀਂ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਜਾਣਾ ਤੇ ਸਾਨੂੰ ਜਾਣ ਲੱਗਿਆਂ ਕਈ ਘੰਟੇ ਲੱਗ ਜਾਂਦੇ, ਕਿੰਨਾ ਸਮਾਂ ਲੱਗ ਜਾਂਦਾ, ਪਰ ਜੇ ਮਨ ਸਾਡੇ ਨੇ ਪਹੁੰਚਣਾ ਹੋਵੇ ਇੱਕ ਸਕਿੰਟ ਵੀ ਨਹੀਂ ਲੱਗਦਾ, ਇੱਕ ਛਿਣ ਵੀ ਨਹੀਂ ਲੱਗਦਾ। ਇਹ ਮਨ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਜਾਂ ਦੂਜੇ ਦੇਸ਼ ਪਹੁੰਚ ਸਕਦਾ ਹੈ। ਜਿਸ ਕੰਮ ਨੂੰ ਕਰਨ ਵਾਸਤੇ ਸਾਨੂੰ ਕਈ ਘੰਟੇ ਚਾਹੀਦੇ ਨੇ, ਸਾਨੂੰ ਕਈ ਦਿਨ ਚਾਹੀਦੇ ਨੇ, ਉਹ ਕੰਮ ਮਨ ਇੱਕ ਛਿਣ ਵਿੱਚ ਕਰ ਪਾ ਲੈਂਦਾ ਹੈ। ਇਹਦਾ ਮਤਲਬ ਇਹ ਹੋਇਆ ਵੀ ਮਨ ਬੜਾ ਤਾਕਤ ਵਾਲਾ ਹੈ, ਸਾਡੇ ਨਾਲੋਂ ਜ਼ਿਆਦਾ ਤਾਕਤ ਮਨ ਰੱਖਦਾ ਹੈ। ਆਪਣੇ ਤੋਂ ਤਕੜੇ ਦੁਸ਼ਮਣ ਨੂੰ ਵਸ ਕਰਨਾ ਬੜਾ ਔਖਾ ਹੈ। ਮਾੜੇ ਨੂੰ ਤੇ ਸਾਰੇ ਹੀ ਦੱਬ ਲੈਂਦੇ, ਪਰ ਜੇ ਦੁਸ਼ਮਣ ਤਕੜਾ ਹੋਵੇ ਨਾ, ਬਲ ਵਾਲਾ, ਜ਼ੋਰ ਵਾਲਾ ਹੋਵੇ, ਤੇ ਉਹਨੂੰ ਫਿਰ ਵਸ ਕਰਨਾ ਇਹ ਸਾਰਿਆਂ ਦੇ ਵਸ ਦੀ ਗੱਲ ਨਹੀਂ ਹੈ। ਇਹ ਮਨ ਫਿਰ ਢਾਹ ਲੈਂਦਾ ਹੈ, ਕਿਉਂਕਿ ਮਨ ਤਕੜਾ। ਜਿਹੜਾ ਕੰਮ ਅਸੀਂ ਕਈ ਦਿਨਾਂ ਵਿੱਚ ਕੀਤਾ, ਪਹੁੰਚ ਕੇ ਮੰਜ਼ਿਲ ਤੇ ਮਨ ਇੱਕ ਛਿਣ ਵਿੱਚ ਉੱਥੇ ਖਿਆਲ ਲੈ ਕੇ ਪਹੁੰਚ ਜਾਂਦਾ ਹੈ। ਪਰ ਜਦੋਂ ਦੁਸ਼ਮਣ ਤਕੜਾ ਹੋਵੇ, ਉਹਨੂੰ ਫਿਰ ਢਾਉਣ ਵਾਸਤੇ ਉਹਦੇ ਵਿਰੋਧੀਆਂ ਨੂੰ ਇਕੱਠਾ ਹੋਣਾ ਪੈਂਦਾ। ਬਹੁਤੇ ਫਿਰ ਇਕੱਠੇ ਲੋਕ ਹੋ ਕੇ ਤਕੜੇ ਦੁਸ਼ਮਣ ਨੂੰ ਵੀ ਢਾਹ ਲੈਂਦੇ, ਉਹਨੂੰ ਵੀ ਮਜਬੂਰ ਕਰ ਦਿੰਦੇ ਸੋ ਅੱਗੇ ਡਿੱਗਣ ਵਾਸਤੇ। ਸਤਿਗੁਰੂ ਪਾਤਸ਼ਾਹ ਕਹਿੰਦੇ ਮਨ ਤੇ ਭਾਈ ਬੜਾ ਤਕੜਾ ਹੈ, ਪਰ ਇਸ ਮਨ ਨੂੰ ਢਾਉਣ ਵਾਸਤੇ ਇਹ ਗੁਰੂ ਕੀ ਸਾਧ ਸੰਗਤ ਹੈ, ਜਿੱਥੇ ਆ ਕੇ ਬੈਠੇ ਹੋ। ਜਦੋਂ ਸਾਰੇ ਬੈਠ ਕੇ ਸਤਿਗੁਰਾਂ ਦੀ ਬਾਣੀ ਪੜ੍ਹਾਂਗੇ, ਬਾਣੀ ਸੁਣਾਂਗੇ, ਨਾਮ ਦਾ ਜਾਪ ਕਰਾਂਗੇ, ਇਸ ਤਕੜੇ ਮਨ ਨੂੰ ਆਪਾਂ ਸਾਰੇ ਹੱਲਾ ਇਕੱਠੇ ਮਾਰ ਕੇ ਫਿਰ ਦੱਬ ਸਕਦੇ ਹਾਂ, ਦਬਾ ਸਕਦੇ ਹਾਂ, ਕਹਿਣੇ ਵਿੱਚ ਲਿਆ ਸਕਦੇ ਹਾਂ। ਪਰ ਇਕੱਲੇ ਇਕੱਲੇ ਦੇ ਵੱਸ ਦੀ ਗੱਲ ਨਹੀਂ ਹੈ, ਇਕੱਲਾ ਵਿਅਕਤੀ ਇਸ ਮਨ ਨੂੰ ਵੱਸ ਨਹੀਂ ਲਿਆ ਸਕਦਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਇਸ ਮਨ ਨੂੰ ਮਾਰਦਿਆਂ ਮਾਰਦਿਆਂ ਪਤਾ ਨਹੀਂ ਕਿੰਨੇ ਕੁ ਕਾਜੀ, ਮੁਲਾਣੇ, ਪੀਰ, ਫਕੀਰ, ਇਹ ਸ਼ੇਖ ਵਗੈਰਾ ਮਰ ਗਏ, ਪਰ ਮਨ ਉਹਨਾਂ ਤੋਂ ਮਰਿਆ ਨਹੀਂ।
ऐसा मन ये ताकत वाला है। महाराज कहन लगे माई मन मेरो बस ना है, मेरा मन मेरे कहने विच नहीं, मेरे हुक्म दे विच नहीं। मैं कहंदा ते कुछ हां पर करदा कुछ है। जदों वकार भोगना हुंदा मैं उस वेले ना करदा पर मन भोगदा पिया, पर जदों नाम जपना हुंदा उदों मैं ते नाम जपदा पर मन उत्थे नहीं है, उल्टा चलदा है। ਜਿਹੜੇ ਕੰਮ ਤੋਂ ਅਸੀਂ ਰੋਕਦੇ ਹਾਂ ਮਨ ਉਹ ਕੰਮ ਕਰਦਾ ਪਿਆ, ਜਿਹੜੇ ਕੰਮ ਵਾਸਤੇ ਲਾਉਣਾ ਚਾਹੁੰਦੇ ਹਾਂ ਉਸ ਕੰਮ ਨੂੰ ਕਦੇ ਲੱਗਦਾ ਨਹੀਂ, ਕਿਉਂਕਿ ਮਨ ਸਾਡੇ ਵਸ ਵਿੱਚ ਹੀ ਨਹੀਂ ਹੈ, ਆਪਣੀ ਮਰਜ਼ੀ ਕਰਦਾ ਹੈ। ਐਸੀ ਇਹਦੀ ਹਾਲਤ ਬਣ ਗਈ ਹੈ। ਨਿਜ ਬਾਸਰ ਬਿਖਿਆਨ ਕੋ ਧਾਵਤ। ਪਤਾ ਕਿਵੇਂ ਲੱਗੇ ਵੀ ਮਨ ਵਸ ਨਹੀਂ ਹੈ? ਦਾਵਾ ਤੇ ਅਸੀਂ ਕਰਦੇ ਹਾਂ। ਮਹਾਰਾਜ ਕਹਿੰਦੇ ਇਥੋਂ ਪਤਾ ਲੱਗ ਜਾਂਦਾ ਹੈ ਇਹ ਮਨ ਜਿਹੜਾ ਨਿਸ ਬਾਸਰ ਦਿਨੇ ਰਾਤ ਵਕਾਰਾਂ ਦੇ ਵੱਲ ਹੀ ਦੌੜਦਾ ਹੈ, ਕਦੇ ਮਾਇਆ ਦੇ ਵੱਲ, ਕਦੇ ਕਾਮ ਦੇ ਵੱਲ, ਕਦੇ ਲੋਭ ਦੇ ਵੱਲ, ਕਦੇ ਮੋਹ ਦੇ ਵੱਲ। ਇਹ ਮਨ ਦਿਨੇ ਰਾਤ ਹੀ ਦੌੜਦਾ। ਇਹ ਨਹੀਂ ਵੀ ਦਿਨੇ ਭੱਜਦਾ ਤੇ ਰਾਤ ਨੂੰ ਮਨ ਥੱਕ ਕੇ ਸੌਂ ਜਾਂਦਾ, ਜਾਂ ਰਾਤ ਨੂੰ ਦੌੜਦਾ ਤੇ ਦਿਨੇ ਬੈਠ ਜਾਂਦਾ ਹੈ। ਇਹ ਮਨ ਤੇ ਰਾਤ ਨੂੰ ਵੀ ਸੁਪਨੇ ਲੈ ਕੇ ਆਉਂਦਾ ਹੈ, ਕਦੇ ਵਕਾਰਾਂ ਦੇ, ਕਦੇ ਲੋਭ ਦੇ, ਕਦੇ ਲਾਲਚ ਦੇ। ਰਾਤ ਨੂੰ ਵੀ ਸੁਪਨੇ ਆਉਂਦੇ, ਰਾਤ ਨੂੰ ਵੀ ਇਹ ਸਕੀਮਾਂ ਬਣਾਉਂਦਾ ਹੈ ਵੀ ਦਿਨੇ ਮੈਂ ਕੀ ਕਰਨਾ ਹੈ, ਤੇ ਦਿਨੇ ਵੀ ਇਹ ਸਾਰਾ ਦਿਨ ਮਨ ਦੁਨੀਆ ਨੂੰ ਲੁੱਟਣ ਵਾਸਤੇ ਯੋਜਨਾ ਬਣਾਉਂਦਾ ਰਹਿੰਦਾ ਹੈ। ਮਹਾਰਾਜ ਕਹਿਣ ਲੱਗੇ ਨਿਸ ਬਾਸਰ ਬਿਖਿਆਨ ਕੋ ਧਾਵਤ, ਦਿਨੇ ਰਾਤ ਵਕਾਰਾਂ ਵੱਲ ਹੀ ਭੱਜਦਾ, ਦਿਨੇ ਰਾਤ ਵਕਾਰਾਂ ਵੱਲ ਹੀ ਦੌੜਦਾ ਵੀ ਆ ਵੀ ਵਕਾਰ ਕਾਮ ਨੂੰ ਭੋਗ ਲਵਾਂ, ਕ੍ਰੋਧ ਨੂੰ ਭੋਗ ਲਵਾਂ, ਲੋਭ ਮੋਹ ਹੰਕਾਰ ਨੂੰ ਅਪਣਾ ਲਵਾਂ। ਦਿਨੇ ਰਾਤ ਇਹਨਾਂ ਵਕਾਰਾਂ ਵੱਲ ਭੱਜਿਆ ਹੋਇਆ ਹੈ। ਕਿ ਬਿਦ ਰੋਕੋ ਤਾਹੇ, ਮੈਂ ਕਿਹੜਾ ਤਰੀਕਾ ਅਪਣਾਵਾਂ ਜਿਹਦੇ ਕਰਕੇ ਮਨ ਰੁਕ ਜਾਵੇ? ਕੋਈ ਇਹੋ ਜਿਹਾ ਤਰੀਕਾ ਦੱਸ ਦਿਓ, ਕੋਈ ਇਹੋ ਜਿਹੀ ਸਲਾਹ ਦੇ ਦਿਓ। ਜਦੋਂ ਕੋਈ ਕੰਮ ਵਸ ਨਾ ਆਉਂਦਾ ਹੋਵੇ, ਬਣਦਾ ਨਾ ਹੋਵੇ, ਤੇ ਬੰਦਾ ਆਪਣੇ ਭਰਾਵਾਂ ਨਾਲ ਸਲਾਹ ਕਰਦਾ, ਮਿੱਤਰਾਂ ਨਾਲ ਸਲਾਹ ਕਰਦਾ ਹੈ, ਆਪਣੇ ਜਿਹੜੇ ਹਿਤੂ ਲੋਕ ਨੇ ਪ੍ਰੇਮੀ ਉਹਨਾਂ ਨਾਲ ਸਲਾਹ ਕਰਦਾ ਕਿ ਮੈਂ ਆਹ ਕੰਮ ਕਰ ਨਹੀਂ ਪਾ ਰਿਹਾ, ਦੱਸੋ ਇਹ ਕੰਮ ਕਿਵੇਂ ਹੋਵੇਗਾ? ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਕਹਿਣ ਲੱਗੇ ਭਾਈ ਇਹ ਮਨ ਦਿਨੇ ਰਾਤ ਦੌੜਦਾ ਪਰ ਸਾਡੇ ਤੋਂ ਵਸ ਨਹੀਂ ਆ ਰਿਹਾ। ਇਹ ਸਿੱਖ ਦੀ ਅਵਸਥਾ ਦੱਸਦੇ ਪਏ ਜਗਿਆਸੂ ਦੀ। ਇਹ ਮਤਾਂ ਸੋਚ ਲੈਣਾ ਵੀ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀਆਂ ਦਾ ਮਨ ਦੌੜਦਾ ਹੈ, ਸਤਿਗੁਰੂ ਪਾਤਸ਼ਾਹ ਤੇ ਆਪ ਪਰਮੇਸ਼ਰ ਨੇ। ਪਰ ਇਹ ਜਗਿਆਸੂ ਰੂਪ ਦੇ ਵਿੱਚ ਬੇਨਤੀ ਕਰਦੇ ਪਏ, ਸਿੱਖ ਦੇ ਰੂਪ ਦੇ ਵਿੱਚ ਬੇਨਤੀ ਕਰਦੇ ਪਏ ਕਿ ਸਿੱਖ ਦਾ ਮਨ ਕਿਵੇਂ ਦੌੜਦਾ ਹੈ ਤੇ ਮਨ ਨੂੰ ਵਸ ਵਿੱਚ ਕਿਵੇਂ ਲੈ ਕੇ ਆਉਣਾ ਹੈ। ਪਾਤਸ਼ਾਹ ਕਹਿਣ ਲੱਗੇ ਕਿ ਇਹ ਬਿਦ ਰੋਕੋ ਤਾਹੇ, ਮੈਂ ਕਿਹੜਾ ਇਹੋ ਜਿਹਾ ਕੰਮ ਕਰਾਂ ਜਿਹਦੇ ਕਰਕੇ ਮਨ ਰੁਕ ਜਾਵੇ। ਜੇ ਕੋਈ ਬੰਦਾ ਇਹ ਗੱਲ ਕਵੇ ਕਿ ਗਰੀਬੀ ਆ ਜਾਵੇ ਮਨ ਰੁਕ ਜਾਏਗਾ ਤੇ ਗਰੀਬ ਦਾ ਮਨ ਨਹੀਂ ਰੁਕਿਆ। ਜੇ ਕੋਈ ਆਖੇ ਅਮੀਰੀ ਆ ਜਾਵੇ ਮਨ ਰੁਕੇਗਾ, ਮਨ ਤਾਂ ਵੀ ਨਹੀਂ ਰੁਕਿਆ। ਜੇ ਕੋਈ ਆਖੇ ਸੰਸਾਰੀ ਬਣ ਜਾਈਏ, ਵਕਾਰੀ ਬਣ ਜਾਈਏ, ਮਨ ਤੇ ਤਾਂ ਵੀ ਨਹੀਂ ਰੁਕਿਆ। ਤੇ ਜੇ ਕੋਈ ਆਖੇ ਧਰਮੀ ਬਣ ਜਾਈਏ, ਮਨ ਤੇ ਤਾਂ ਵੀ ਨਹੀਂ ਰੁਕਿਆ। ਮੈਂ ਉਹ ਕਿਹੜਾ ਤਰੀਕਾ ਅਪਣਾਵਾਂ ਜਿਹਦੇ ਕਰਕੇ ਮੇਰਾ ਮਨ ਰੁਕ ਜਾਵੇ, ਮਨ ਵਸ ਆ ਜਾਵੇ? ਐਸਾ ਮੈਨੂੰ ਗਿਆਨ ਉਪਦੇਸ਼ ਦੇਣਾ ਕਰੋ। ਰਹਾਉ ਵੇਦ ਪ੍ਰਾਨ ਸਿਮਰਤ ਕੇ ਮਤ ਸੁਨ। ਜੇ ਸਾਨੂੰ ਕੋਈ ਇਹ ਸਲਾਹ ਪੁੱਛ ਲਵੇ ਨਾ ਵੀ ਮਨ ਵਸ ਨਹੀਂ ਆਉਂਦਾ, ਕੀ ਕਰਨਾ ਚਾਹੀਦਾ? ਅਸੀਂ ਆਖੀਦਾ ਚੰਗਾ ਚੰਗਾ ਲਿਟਰੇਚਰ ਪੜ੍ਹਿਆ ਕਰ, ਚੰਗੀਆਂ ਕਿਤਾਬਾਂ ਪੜ੍ਹਿਆ ਕਰ, ਚੰਗੇ ਗ੍ਰੰਥ ਪੜ੍ਹਿਆ ਕਰ, ਧਰਮ ਦੀ ਸਿੱਖਿਆ ਲੈ, ਧਰਮ ਦੀ ਮਰਿਆਦਾ ਦੇ ਨਾਲ ਜੁੜ, ਤੇਰਾ ਮਨ ਜਿਹੜਾ ਹੈ ਉਹ ਵਸ ਹੋਣਾ ਆ ਜਾਏਗਾ। ਮਹਾਰਾਜ ਕਹਿਣ ਲੱਗੇ ਚਾਰ ਵੇਦ ਸੁਣਨੇ ਬੜੇ ਔਖੇ ਨੇ, ਕਿਉਂਕਿ ਵੇਦ ਨੂੰ ਹਰੇਕ ਵਿਅਕਤੀ ਸੁਣ ਨਹੀਂ ਸਕਿਆ। ਵੇਦ ਨੂੰ ਕੇਵਲ ਬ੍ਰਾਹਮਣ ਸੁਣ ਸਕਦਾ, ਵੇਦ ਨੂੰ ਕੇਵਲ ਖੱਤਰੀ ਸੁਣ ਸਕਦਾ ਹੈ। ਕਹਿਣ ਲੱਗੇ ਵੇਦ ਸੁਣਨਾ ਬੜਾ ਔਖਾ। ਫਿਰ ਚੌਹਾਂ ਵੇਦਾਂ ਨੂੰ ਇਕੱਠਾ ਨਹੀਂ ਸੁਣਿਆ ਜਾ ਸਕਦਾ। ਵੇਦਾਂ ਨੂੰ ਸੁਣਨ ਦਾ ਸਮਾਂ ਹੁੰਦਾ, ਮੌਸਮ ਹੁੰਦਾ ਹੈ, ਉਸ ਮੁਤਾਬਕ ਉਹੋ ਜਿਹੀ ਜਗ੍ਹਾ ਹੋਣੀ ਚਾਹੀਦੀ ਹੈ, ਉਹੋ ਜਿਹੇ ਬਸਤਰ ਹੋਣੇ ਚਾਹੀਦੇ, ਉਹੋ ਜਿਹਾ ਵਾਤਾਵਰਣ ਹੋਣਾ ਚਾਹੀਦਾ। ਉੱਥੇ ਵੇਦਾਂ ਦਾ ਪਾਠ ਹੋ ਸਕਦਾ, ਉੱਥੇ ਵੇਦ ਦਾ ਪਾਠ ਸੁਣਿਆ ਜਾਂਦਾ ਹੈ। ਮਹਾਰਾਜ ਕਹਿਣ ਲੱਗੇ ਭਾਵੇਂ ਵੇਦਾਂ ਦੇ ਪਾਠ ਨੂੰ ਸੁਣ ਲਾ, ਅਥਰਵਣ ਵੇਦ, ਜਜੁਰ ਵੇਦ, ਰਿਗ ਵੇਦ, ਸ਼ਾਮ ਵੇਦ, ਇਹ ਉਹਨਾਂ ਗ੍ਰੰਥਾਂ ਦੇ ਨਾਮ ਨੇ ਵੇਦਾਂ ਦੇ। ਇਹਨਾਂ ਵੇਦਾਂ ਨੂੰ ਸੁਣ ਲਿਆ, ਗ੍ਰੰਥਾਂ ਨੂੰ ਸੁਣ ਲਿਆ, ਪਰ ਜਿਹੜੇ ਗ੍ਰੰਥ ਸੁਣਨ ਵਾਲੇ ਜਾਂ ਗ੍ਰੰਥ ਪੜ੍ਹਨ ਵਾਲੇ ਮਨ ਤੇ ਉਹਨਾਂ ਦਾ ਵੀ ਨਹੀਂ ਰੁਕਿਆ। ਕਿ ਪੰਡਤ ਦਾ ਮਨ ਰੁਕ ਗਿਆ, ਬ੍ਰਾਹਮਣ ਦਾ ਮਨ ਰੁਕ ਗਿਆ, ਖੱਤਰੀ ਨੇ ਸੁਣਿਆ ਕਿ ਉਹਦਾ ਮਨ ਰੁਕ ਗਿਆ? ਨਹੀਂ, ਵੇਦ ਸੁਣਨ ਵਾਲਿਆਂ ਔਰ ਪੜ੍ਹਨ ਵਾਲਿਆਂ ਦਾ ਮਨ ਨਹੀਂ ਰੁਕਿਆ। ਸਲਾਹ ਤੇ ਤੂੰ ਇਹ ਦਿੰਦਾ ਹੈ ਕਿ ਧਾਰਮਿਕ ਗ੍ਰੰਥ ਸੁਣ
ਤੇ ਮਨ ਖੜ ਜਾਏਗਾ। ਪਰ ਜਿਨ੍ਹਾਂ ਨੇ ਧਾਰਮਿਕ ਗ੍ਰੰਥ ਪੜ੍ਹ ਕੇ ਦੁਨੀਆ ਨੂੰ ਸੁਣਾਏ, ਮਹਾਰਾਜ ਕਹਿਣ ਲੱਗੇ ਆਪ ਡੁੱਬੇ ਚਹੁ ਵੇਦ ਮੈਂ ਚੇਲੇ ਦੀਏ ਬਹਾਏ। ਉਹ ਤੇ ਆਪ ਵੇਦਾਂ ਦੇ ਵਿੱਚ ਰੁੜ ਗਏ, ਆਪਣੇ ਚੇਲਿਆਂ ਨੂੰ ਵੀ ਉਹਦੇ ਵਿੱਚ ਰੋੜ ਕੇ ਲੈ ਗਏ, ਕਰਮ ਕਾਂਡ ਵਿੱਚ ਲੱਗ ਗਏ। ਵੇਦਾਂ ਨੂੰ ਸੁਣਿਆ ਜ਼ਰੂਰ ਹੈ, ਸੁਣਨਾ ਬੜਾ ਔਖਾ ਹੈ, ਪਰ ਫਿਰ ਵੀ ਔਖਾ ਕੰਮ ਕਰ ਲਿਆ। ਵੇਦ ਸੁਣ ਕੇ ਵੀ ਮਨ ਵਸ ਵਿੱਚ ਨਹੀਂ ਆਇਆ। ਦੂਜਾ ਬਚਨ ਮਹਾਰਾਜ ਜੀ ਨੇ ਲਿਖਿਆ ਹੈ ਪੁਰਾਣ ਗ੍ਰੰਥ ਦਾ ਨਾਮ ਹੈ 18 ਪੁਰਾਣ ਨੇ, 18 ਗ੍ਰੰਥ ਨੇ ਹਿੰਦੂ ਮਤ ਦੇ। ਇਹਦੇ ਵਿੱਚ ਵੱਖ-ਵੱਖ ਦੇਵਤਿਆਂ ਦੀ ਕਥਾ ਲਿਖੀ ਹੈ ਕਿ ਸ਼ਿਵ ਜੀ ਨੇ ਕੀ ਕੀਤਾ ਹੈ, ਗਣੇਸ਼ ਨੇ ਕੀ ਕੀਤਾ, ਗਰੁੜ ਨੇ ਕੀ ਕੀਤਾ। ਗਰੁੜ ਪੁਰਾਣ ਹੈ, ਸ਼ਿਵ ਪੁਰਾਣ ਹੈ, ਇਹ ਉਹਨਾਂ ਗ੍ਰੰਥਾਂ ਦੇ ਨਾਮ ਨੇ। ਇਸ ਤਰ੍ਹਾਂ ਦੇ 18 ਗ੍ਰੰਥ ਨੇ ਹਿੰਦੂ ਧਾਰਮਿਕ ਵਿਅਕਤੀਆਂ ਦੇ ਕੋਲ। ਉਹਦੇ ਵਿੱਚ ਇਹ ਸਿੱਖਿਆ ਦਿੱਤੀ ਗਈ ਹੈ ਕਿ ਫਲਾਣੇ ਸਮੇਂ 'ਤੇ ਕੀ ਹੋਇਆ, ਉੱਥੇ ਫਿਰ ਕਿਵੇਂ ਹੋਇਆ, ਕਿਹਦਾ ਬਚਾਅ ਹੋਇਆ, ਕਿਹਨੇ ਰੱਬ ਨੂੰ ਯਾਦ ਕੀਤਾ, ਕਿਹਨੂੰ ਪ੍ਰਾਪਤੀ ਹੋਈ। ਉਹਨਾਂ ਵਿੱਚ ਕਈ ਸਾਖੀਆਂ ਲਿਖੀਆਂ ਹੋਈਆਂ, ਪਰ ਉਹ ਸਾਖੀਆਂ ਵੀ ਸਾਰੀਆਂ ਪੜ੍ਹ ਲਈਆਂ, ਗ੍ਰੰਥ ਵੀ ਸਾਰੇ ਪੜ੍ਹ ਲਏ। ਮਹਾਰਾਜ ਕਹਿਣ ਲੱਗੇ ਗ੍ਰੰਥ ਪੜ੍ਹ ਕੇ, ਸਾਖੀਆਂ ਪੜ੍ਹ ਕੇ ਤਾਂ ਵੀ ਇਹ ਮਨ ਸਾਡੇ ਵੱਸ ਵਿੱਚ ਨਹੀਂ ਆਇਆ। ਪੜ੍ਹਿਆ ਤੇ ਸਾਰਾ ਕੁਝ ਹੈ, ਪਰ ਪੜ੍ਹਨ ਦੇ ਬਾਵਜੂਦ ਮਨ ਸਾਡੇ ਕਹਿਣੇ ਵਿੱਚ ਨਹੀਂ ਹੈ। ਪੁਰਾਣ ਨੂੰ ਸੁਣਿਆ ਜ਼ਰੂਰ ਹੈ, ਸੁਣ ਕੇ ਵੀ ਮਨ ਵਸ ਵਿੱਚ ਨਹੀਂ ਆਇਆ। ਅਗਲਾ ਬਚਨ ਮਹਾਰਾਜ ਨੇ ਵਰਤਿਆ ਸਿਮਰਤੀ। ਸਿਮਰਤੀ ਵੀ ਗੁਰਮੁਖੋ ਇੱਕ ਗ੍ਰੰਥ ਹੀ ਹੈ। ਇਹਨਾਂ ਦੀ ਗਿਣਤੀ ਹੋਰ ਜ਼ਿਆਦਾ ਹੈ, ਇਹਨਾਂ ਦੀ ਗਿਣਤੀ 27 ਹੈ। 27 ਸਿਮਰਤੀਆਂ ਸੁਣ ਲਈਆਂ। ਮਨੂ ਸਿਮਰਤੀ ਵਗੈਰਾ ਜਿਨ੍ਹਾਂ ਵਿੱਚ ਇਹ ਸਾਰਾ ਕੁਝ ਵਰਣ ਵੰਡ ਕੀਤੀ ਗਈ ਹੈ, ਇਹ ਸਿਮਰਤੀਆਂ ਸੁਣੀਆਂ। ਹੁਣ 4 ਵੇਦ ਨੇ, 18 ਪੁਰਾਣ ਨੇ, 27 ਸਿਮਰਤੀਆਂ ਨੇ। ਇੰਨੇ ਗ੍ਰੰਥ ਸੁਣੇ ਬੈਠ ਕੇ। ਸਾਡੇ ਕੋਲ ਤੇ ਇੱਕ ਗੁਰਬਾਣੀ ਦਾ ਪਾਠ ਸੁਣਨ ਜਾਂ ਪੜ੍ਹਨ ਦਾ ਟਾਈਮ ਨਹੀਂ, ਪਰ ਸੁਣਨ ਵਾਲਿਆਂ ਨੇ ਸੁਣ ਲਿਆ ਸਾਰਾ ਕੁਝ। ਸਿਮਰਤੀਆਂ ਵੀ ਸੁਣ ਲੀਆਂ, ਪੁਰਾਣ ਵੀ ਸੁਣ ਲੈ, ਵੇਦ ਵੀ ਸੁਣ ਲੈ। ਪਾਤਸ਼ਾਹ ਕਹਿਣ ਲੱਗੇ ਉਹਦੇ ਵਿੱਚ ਧਾਰਮਿਕ ਸਿੱਖਿਆ ਸੁਣ ਕੇ ਫਿਰ ਕੀ ਹੋਇਆ ਹੈ, ਸੁਣਿਆ ਤੇ ਜ਼ਰੂਰ ਹੈ, ਪਰ ਮਹਾਰਾਜ ਫਰਮਾਉਂਦੇ ਹਨ ਨਿਮਕ ਨਾਹੀ ਐ ਬਸਾਵਾ। ਸਾਡੇ ਮਨ ਨੇ ਇੱਕ ਨਿੱਕੀ ਜਿੰਨੀ ਗੱਲ ਵੀ ਆਪਣੇ ਮਨ ਵਿੱਚ ਨਹੀਂ ਵਸਾਈ ਹੈ। ਵੇਦ ਸਾਰੇ ਸੁਣ ਲੈ, ਸਿਮਰਤੀਆਂ ਪਾਠ ਤੇ ਸਾਰਾ ਸੁਣ ਲਿਆ, ਪਰ ਇਹ ਸਾਰਾ ਕੁਝ ਸੁਣਨ ਦੇ ਬਾਵਜੂਦ ਇੱਕ ਨਿੱਕੀ ਜਿੰਨੀ ਗੱਲ, ਉਹਦਾ ਉਪਦੇਸ਼ ਆਪਣੇ ਕੋਲ ਧਾਰਨ ਨਹੀਂ ਕੀਤਾ। ਜਿਵੇਂ ਆਪਾਂ ਆਪਣੀ ਗੱਲ ਕਰੀਏ, ਆਪਾਂ ਕਥਾ ਰੋਜ਼ ਸੁਣਦੇ ਹਾਂ, ਕੀਰਤਨ ਰੋਜ਼ ਸੁਣਦੇ ਹਾਂ, ਪਾਠ ਰੋਜ਼ ਸੁਣਦੇ ਹਾਂ। ਇਹ ਗੱਲ ਵੱਖਰੀ ਹੈ ਕਿ ਸਤਿਗੁਰਾਂ ਦੀ ਗੁਰਬਾਣੀ ਨੇ ਬਖਸ਼ਿਸ਼ ਕਰਨੀ ਹੀ ਕਰਨੀ ਹੈ, ਪਰ ਅਸੀਂ ਉਹਦੇ ਵਿੱਚੋਂ ਕਿੰਨਾ ਕੁ ਉਪਦੇਸ਼ ਧਾਰਨ ਕਰ ਲਿਆ, ਕਿੰਨੀ ਕੁ ਸਿੱਖਿਆ ਮੰਨ ਲਈ ਹੈ, ਕਿੰਨੇ ਕੁ ਕਹਿਣੇ 'ਤੇ ਚੱਲੇ ਹਾਂ। ਰੋਜ਼ ਮਹਾਰਾਜ ਸਾਹਿਬ ਜੀ ਹੁਕਮਨਾਮਾ ਬਖਸ਼ਿਸ਼ ਕਰਦੇ, ਹੁਕਮਨਾਮਾ ਬਾਹਰੋਂ ਪੜ੍ਹਿਆ ਜ਼ਰੂਰ ਹੈ, ਹੁਕਮਨਾਮੇ ਵਿੱਚ ਜਿਹੜੇ ਅਰਥ ਆਏ ਨੇ ਉਹ ਵੀ ਪੜ੍ਹ ਲਏ ਨੇ ਕਿ ਮਹਾਰਾਜ ਇਹ ਗੱਲ ਕਹਿੰਦੇ, ਪਰ ਸਾਨੂੰ ਉਹ ਚੇਤਾ ਕਿੰਨਾ ਕੁ ਹੈ। ਕੱਲ ਕੀ ਹੁਕਮਨਾਮਾ ਆਇਆ ਸਾਨੂੰ ਉਹ ਯਾਦ ਨਹੀਂ, ਅੱਜ ਕੀ ਆਇਆ ਉਹ ਵੀ ਸਾਨੂੰ ਭੁੱਲ ਗਿਆ ਹੋਣਾ ਵੀ ਅੱਜ ਕੀ ਸਤਿਗੁਰਾਂ ਨੇ ਆਖਿਆ। ਇੱਕ ਥੋੜ੍ਹਾ ਜਿੰਨਾ ਵੀ ਉਪਦੇਸ਼ ਅਸੀਂ ਯਾਦ ਨਹੀਂ ਰੱਖਦੇ ਵੀ ਮਹਾਰਾਜ ਨੇ ਸਾਨੂੰ ਇਹ ਬਚਨ ਆਖਿਆ, ਇਹਦੇ ਉੱਪਰ ਅਸੀਂ ਕਮਾਈ ਕਰੀਏ। ਮਹਾਰਾਜ ਕਹਿਣ ਲੱਗੇ ਵੇਦ ਪੁਰਾਣ ਸਿਮਰਤ ਕੇ ਮਤ ਸੁਣ, ਨਿਮਖ ਨਾ ਹੀਐ ਵਸਾਵੈ। ਥੋੜ੍ਹਾ ਜਿੰਨਾ ਵੀ ਉਪਦੇਸ਼ ਗ੍ਰਹਿ ਨਹੀਂ ਕਰਦਾ ਵੀ ਇਹ ਧਾਰਮਿਕ ਗ੍ਰੰਥ ਕੀ ਕਹਿੰਦੇ ਨੇ। ਕਹਿਣ ਲੱਗੇ ਇੱਕ ਬ੍ਰਾਹਮਣ ਬਹੁਤ ਜ਼ਿਆਦਾ ਵਿਦਿਆ ਪੜ੍ਹਿਆ ਹੋਇਆ, ਬੜੇ ਗ੍ਰੰਥ ਪੜ੍ਹਿਆ ਹੋਇਆ, ਸੋ ਉਸਨੇ ਗ੍ਰੰਥਾਂ ਦੇ ਮਾਧਿਅਮ ਦੇ ਦੁਆਰਾ, ਵਿਦਿਆ ਦੇ ਦੁਆਰਾ ਇਹ ਜਾਣ ਲਿਆ ਕਿ ਜਿਹੜਾ ਪੱਥਰ ਹੈ, ਜਿਹੜਾ ਪੱਥਰ ਲੋਹੇ ਨੂੰ ਸੋਨਾ ਕਰ ਦਿੰਦਾ, ਜਿਸ ਨੂੰ ਪਾਰਸ ਆਖਿਆ ਜਾਂਦਾ ਹੈ, ਉਹ ਕਿੱਥੋਂ ਪ੍ਰਾਪਤ ਹੋਵੇਗਾ। ਜਦੋਂ ਵਿਦਿਆ ਦੇ ਆਪਣੇ ਤਜਰਬੇ ਦੇ ਨਾਲ ਵੇਖਿਆ ਤੇ ਕੀ ਵੇਖਦਾ ਪਿਆ ਵੀ ਇੱਕ ਨਦੀ ਦੇ ਵਿੱਚ ਉਹ ਪੱਥਰ ਰੁੜ ਕੇ ਤੁਰਿਆ ਆਉਂਦਾ। ਪੰਡਤ ਦੇ ਮਨ ਵਿੱਚ ਵਿਚਾਰ ਬਣੀ ਕਿ ਚਲੋ ਮੈਂ ਦੌੜ ਕੇ ਜਾ ਕੇ ਇਸ ਪੱਥਰ ਨੂੰ ਪ੍ਰਾਪਤ ਕਰਾਂ, ਮੈਂ ਲੋਹੇ ਨੂੰ ਸੋਨਾ ਕਰਕੇ ਤੇ ਅਮੀਰ ਬਣ ਜਾਵਾਂਗਾ। ਜਦੋਂ ਦੌੜ ਕੇ ਨਦੀ ਦੇ ਕੋਲ ਪਹੁੰਚਾ, ਕੀ ਵੇਖਦਾ ਪਿਆ ਇੱਕ ਨੌਜਵਾਨ ਲੜਕੀ, ਉਹਨੇ ਉਹ ਪਾਰਸ ਦਾ ਪੱਥਰ ਆਉਂਦਾ ਹੋਇਆ ਆਪਣੇ ਹੱਥਾਂ ਵਿੱਚ ਫੜ ਲਿਆ। ਪੰਡਤ ਦੂਰ ਖੜ ਕੇ ਵੇਖਦਾ ਪਿਆ, ਜੇ ਮੈਂ ਇਸ ਲੜਕੀ ਨੂੰ ਜਾ ਕੇ ਆਖਿਆ ਵੀ ਇਹ ਪਾਰਸ ਮੈਨੂੰ ਦੇ ਦੇ, ਤੇ ਹੋ ਸਕਦਾ ਇਹ ਮੈਨੂੰ ਨਾ ਦੇਵੇ, ਹੋ ਸਕਦਾ ਲੜਕੀ ਨੂੰ ਪਤਾ ਲੱਗ ਜਾਵੇ ਵੀ ਇਹ ਕੀਮਤੀ ਚੀਜ਼ ਹੈ ਤਾਂ ਮੰਗਦਾ ਪਿਆ, ਕਿਤੇ ਇਹ ਮੈਨੂੰ ਜਵਾਬ ਨਾ ਦੇ ਦੇਵੇ, ਮੁੱਕਰ ਨਾ ਜਾਵੇ ਵੀ ਮੈਂ ਨਹੀਂ ਦਿੰਦੀ। ਹਾਂ, ਉਹ ਲੜਕੀ ਨੇ ਉਸ ਪੱਥਰ ਦੇ ਨਾਲ ਆਪਣੇ ਪੈਰ ਸਾਫ਼ ਕੀਤੇ, ਪੈਰਾਂ ਦੀ ਮਿੱਟੀ ਮੈਲ ਨੂੰ ਉਤਾਰਿਆ। ਪੰਡਤ ਦੂਰ ਖਲੋਤਾ ਵੇਖਦਾ ਪਿਆ, ਇਹ ਹੁਣ ਪੱਥਰ ਰੱਖ ਦੇਵੇਗੀ, ਮੈਂ ਇਸ ਨੂੰ ਚੁੱਕ ਲਵਾਂਗਾ। ਕਹਿਣ ਲੱਗੇ ਜਦੋਂ ਉਹਨੇ ਪੈਰ ਸਾਫ਼ ਕੀਤੇ ਤੇ ਸਾਫ਼ ਕਰਕੇ ਪੈਰ ਉਸ ਲੜਕੀ ਨੇ ਉਹ ਪੱਥਰ ਵਗਾ ਕੇ ਪਾਣੀ ਵਿੱਚ ਮਾਰਿਆ।
ਜ਼ੋਰ ਦੀ ਦੂਰ ਸੁੱਟ ਦਿੱਤਾ। ਇੰਨੇ ਚਿਰ ਨੂੰ ਦੌੜ ਕੇ ਪੰਡਤ ਉਹਦੇ ਕੋਲ ਪਹੁੰਚਾ। ਕਹਿਣ ਲੱਗਾ, ਇਹ ਕੀ ਕੀਤਾ ਹੈ? ਇਹ ਪੱਥਰ ਆਮ ਨਹੀਂ, ਇਹ ਪਾਰਸ ਹੈ, ਲੋਹੇ ਨੂੰ ਸੋਨਾ ਕਰ ਦੇਣ ਵਾਲਾ। ਮੈਂ ਆਪਣੀ ਵਿਦਿਆ ਦੇ ਮਾਧਿਅਮ ਦੇ ਦੁਆਰਾ ਵੇਖਿਆ ਵੀ ਇਸ ਨਦੀ ਵਿੱਚ ਉਹ ਪੱਥਰ ਮਿਲੇਗਾ। ਮੈਂ ਤੇਰੇ ਹੱਥਾਂ ਵਿੱਚ ਫੜਿਆ ਹੋਇਆ ਪੱਥਰ ਵੀ ਵੇਖਿਆ, ਪਰ ਮੈਂ ਤਾਂ ਪਿੱਛੇ ਖਲੋਤਾ ਰਿਹਾ ਕਿ ਤੂੰ ਰੱਖ ਦੇਵੇਂਗੀ ਤੇ ਮੈਂ ਇਹਨੂੰ ਤਾਂ ਚੁੱਕਾਂਗਾ, ਪਰ ਤੂੰ ਤੇ ਪਾਣੀ ਵਿੱਚ ਕਿਉਂ ਸੁੱਟ ਦਿੱਤਾ? ਜਦੋਂ ਇਹ ਗੱਲ ਪੰਡਤ ਵਿਦਵਾਨ ਨੇ ਆਖੀ ਹੈ ਤੇ ਲੜਕੀ ਨੇ ਜਵਾਬ ਦਿੱਤਾ। ਕਹਿਣ ਲੱਗੀ, ਪੰਡਤ ਜੀ, ਤੁਹਾਡੇ ਕੋਲ ਇੰਨੀ ਵਿਦਿਆ, ਤੁਹਾਨੂੰ ਇਹ ਪਤਾ ਲੱਗ ਗਿਆ ਵੀ ਪੱਥਰ ਪਾਣੀ ਵਿੱਚ ਰੁੜ ਕੇ ਤੁਰਿਆ ਆਉਂਦਾ ਹੈ, ਤੁਹਾਨੂੰ ਇਹ ਵੀ ਪਤਾ ਲੱਗ ਗਿਆ ਵੀ ਉਹ ਪੱਥਰ ਮੇਰੇ ਹੱਥਾਂ ਵਿੱਚ ਹੈ, ਤੇ ਤੁਹਾਨੂੰ ਇਹ ਨਹੀਂ ਪਤਾ ਲੱਗਾ ਵੀ ਉਹ ਪੱਥਰ ਤੁਹਾਡੇ ਕਰਮਾਂ ਦੇ ਵਿੱਚ ਹੀ ਨਹੀਂ ਸੀ ਹੈਗਾ। ਬਾਕੀ ਤੇ ਸਾਰਾ ਕੁਝ ਵੇਖ ਲਿਆ ਵੀ ਪੱਥਰ ਰੁੜ ਕੇ ਤੁਰਿਆ ਆਉਂਦਾ, ਮੇਰੇ ਹੱਥ ਵਿੱਚ ਫੜਿਆ, ਇਹ ਤੇ ਵੇਖ ਸਕਦਾ, ਜਾਣ ਸਕਦਾ, ਪਰ ਇਹ ਨਹੀਂ ਜਾਣਿਆ ਵੀ ਉਹ ਤੇਰੇ ਕਰਮਾਂ ਵਿੱਚ ਹੀ ਨਹੀਂ ਸੀ। ਕਰਮਾਂ 'ਚ ਹੁੰਦਾ ਤੇ ਤਾਂ ਹੀ ਮਿਲਦਾ ਨਾ, ਕਰਮਾਂ 'ਚ ਨਹੀਂ ਤੇ ਉਹ ਚਲਾ ਗਿਆ। ਕਹਿਣ ਤੋਂ ਭਾਵ ਇਹ ਹੈ ਕਿ ਗ੍ਰੰਥ ਪੜ੍ਹਦਾ ਜ਼ਰੂਰ ਹੈ, ਸੁਣਦਾ ਜ਼ਰੂਰ ਹੈ, ਪਰ ਅਮਲ ਨਹੀਂ ਕਰਦਾ। ਗ੍ਰੰਥ ਇਹ ਤੇ ਪੜ੍ਹ ਲਿਆ ਵੀ ਪਾਰਸ ਆਉਂਦਾ ਪਿਆ, ਪਰ ਇਹ ਨਹੀਂ ਵੇਖਿਆ ਵੀ ਮੇਰੇ ਕਰਮਾਂ ਵਿੱਚ ਕੀ ਪਤਾ ਹੈ ਕਿ ਨਹੀਂ ਹੈ। ਜੇ ਕਰਮਾਂ 'ਚ ਹੈ ਤੇ ਮੈਨੂੰ ਜਾਣ ਦੀ ਲੋੜ ਨਹੀਂ, ਉਹ ਆਪਣੇ ਆਪ ਮਿਲੇਗਾ, ਪਰ ਜੇ ਕਰਮਾਂ 'ਚ ਨਹੀਂ ਹੈ ਫਿਰ ਭਾਵੇਂ ਮੈਂ ਮਗਰ ਵੀ ਭੱਜ ਲਵਾਂ ਉਹ ਤਾਂ ਵੀ ਨਹੀਂ ਮਿਲੇਗਾ। ਇਹ ਸਿੱਖਿਆ ਨੂੰ ਨਹੀਂ ਧਾਰਨ ਕੀਤਾ ਹੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਇਹ ਗ੍ਰੰਥਾਂ ਨੂੰ ਸੁਣਦਾ ਤੇ ਜ਼ਰੂਰ ਹੈ, ਪਰ ਉਹਨਾਂ ਦਾ ਉਪਦੇਸ਼ ਜਿਹੜਾ ਆਪਣੇ ਮਨ ਵਿੱਚ ਨਹੀਂ ਵਸਾਉਂਦਾ ਹੈ। ਪਰ ਧਨ ਪਰਦਾਰਾ ਸਿਓ ਰਚਿਓ ਬਿਰਥਾ ਜਨਮ ਸਿਰਾਵੈ। ਬਖਸ਼ਿਸ਼ ਕਰਦੇ। ਕਹਿਣ ਲੱਗੇ, ਗ੍ਰੰਥਾਂ ਨੂੰ ਸੁਣਿਆ ਜ਼ਰੂਰ ਹੈ, ਪਰ ਧਨ, ਪਰ ਧਿਆਨ ਇਹਦਾ ਪਰਾਏ ਧਨ ਵਾਲੀ ਹੈ। ਗ੍ਰੰਥ ਇਹ ਗੱਲ ਕਹਿੰਦਾ ਹੈ ਕਿ ਪਰਾਏ ਦੇ ਧਨ ਦੇ ਉੱਪਰ ਨਿਗਾਹ ਨਾ ਰੱਖ, ਉਹਦਾ ਤੈਨੂੰ ਹਿਸਾਬ ਦੇਣਾ ਪਵੇਗਾ, ਪਰ ਇਹਦਾ ਧਿਆਨ ਤੇ ਪਰਾਏ ਧਨ ਵੱਲ ਹੈ। ਫਲਾਣੇ ਨੇ ਘਰ ਬਣਾਇਆ, ਇਹਨੇ ਕਿਵੇਂ ਬਣਾ ਲਿਆ, ਇਹਦੇ ਕੋਲ ਪੈਸਾ ਕਿੱਥੋਂ ਆਇਆ, ਇਹਨੇ ਗੱਡੀ ਲਿਆਂਦੀ ਹੈ, ਕਿਉਂ ਲੈ ਆਂਦੀ ਹੈ, ਇਹਨੇ ਵਿਆਹ ਤੇ ਇੰਨਾ ਖਰਚਾ ਕਿੱਥੋਂ ਕਰ ਲਿਆ, ਪੈਸੇ ਕਿੱਥੋਂ ਆ ਗਏ ਸਨ। ਸਾਡੀ ਹਰ ਵੇਲੇ ਨਿਗਾਹ ਦੂਜਿਆਂ ਦੇ ਉੱਪਰ ਹੀ ਰਹਿੰਦੀ ਹੈ, ਭਾਵੇਂ ਉਹ ਸਾਡਾ ਸ਼ਰੀਕਾ ਹੋਵੇ, ਭਾਵੇਂ ਉਹ ਸਾਡਾ ਰਿਸ਼ਤੇਦਾਰ ਹੈ, ਭਾਵੇਂ ਉਹ ਸਾਡਾ ਗੁਆਂਢੀ ਹੈ। ਅਸੀਂ ਇਹ ਸੋਚਦੇ ਜ਼ਰੂਰ ਹਾਂ ਇਹ ਪੈਸਾ ਕਿੱਥੋਂ ਆਇਆ, ਇਹ ਕੰਮ ਕੀ ਕਰਦਾ ਹੈ। ਮਹਾਰਾਜ ਕਹਿਣ ਲੱਗੇ, ਪਰਾਏ ਦੇ ਧਨ ਵੱਲ ਤੇਰੀ ਨਿਗਾਹ 24 ਘੰਟੇ ਰਹਿੰਦੀ ਹੈ, ਕਿੱਥੋਂ ਆਇਆ, ਕਿੱਧਰ ਨੂੰ ਚਲਾ ਗਿਆ। ਇਸ ਸੁਭਾਅ ਨੂੰ ਛੱਡ ਦੇ। ਜੇ ਪਾਪ ਦਾ ਧਨ ਉਹ ਲੈ ਕੇ ਆਇਆ, ਉਹਦਾ ਹਿਸਾਬ ਕਿਤਾਬ ਆਪੇ ਉਹ ਦੇਵੇਗਾ। ਜੇ ਉਹ ਚੰਗਾ ਕਰਮ ਕਰਦਾ ਪਿਆ, ਉਹਦਾ ਵੀ ਫਲ ਉਹਨੂੰ ਮਿਲਣਾ। ਨਾ ਚੰਗੇ ਦਾ ਨਾ ਮਾੜੇ ਕਰਮ ਦਾ ਤੈਨੂੰ ਕੋਈ ਪਾਪ ਜਾਂ ਪੁੰਨ ਨਹੀਂ ਹੈ, ਇਹ ਤੇ ਜਿਹੜਾ ਕਰਦਾ ਪਿਆ ਇਹ ਉਹਨੇ ਫਲ ਦੇਣਾ ਹੈ। ਪਰ ਤੇਰੀ ਨਿਗਾਹ ਹਰ ਵੇਲੇ, ਤੇਰੀਆਂ ਅੱਖਾਂ ਦਾ ਕੈਮਰਾ ਦੂਜੇ ਦੇ ਘਰ ਤੇ ਲੱਗਾ ਹੋਇਆ ਹੈ, ਇਹ ਕਿੱਥੋਂ ਲਿਆਉਂਦਾ, ਕਿੱਥੋਂ ਖਾਂਦਾ, ਕਿੱਥੋਂ ਪਾਉਂਦਾ, ਕੀ ਕਰਦਾ। ਮਹਾਰਾਜ ਕਹਿਣ ਲੱਗੇ, ਪਰ ਧਨ, ਪਰਾਏ ਦੇ ਧਨ ਵੱਲ ਹਰ ਵੇਲੇ ਵੇਖਦਾ ਹੈ। ਦੂਜਾ ਬਚਨ ਮਹਾਰਾਜ ਨੇ ਲਿਖਿਆ ਹੈ, ਪਰਦਾਰਾ। ਪਰਦਾਰਾ ਤੋਂ ਭਾਵ ਪਰਾਈ ਇਸਤਰੀ, ਉਹਦੇ ਵੱਲ ਹਮੇਸ਼ਾ ਵੇਖਦਾ। ਇਸਤਰੀ ਪਰਾਏ ਮਰਦ ਵੱਲ ਵੇਖਦੀ ਹੈ। ਮਹਾਰਾਜ ਕਹਿੰਦੇ ਇਹ ਵੀ ਕਰਮ ਵਾਸਤੇ ਲੱਗਾ ਹੋਇਆ, ਇਹਦੇ ਵਾਸਤੇ ਵੀ ਦਿਨੇ ਰਾਤ ਇਹਦਾ ਧਿਆਨ ਬਾਹਰ ਨੂੰ ਜਾਂਦਾ ਹੈ, ਬਾਹਰ ਨੂੰ ਦੌੜਦਾ ਹੈ। ਪਰ ਧਨ ਪਰਦਾਰਾ ਨਿੰਦਿਆ ਰਸ ਰਚਿਓ। ਅਗਲਾ ਬਚਨ ਮਹਾਰਾਜ ਜੀ ਨੇ ਆਖਿਆ ਹੈ, ਪਰਦਾਰਾ, ਪਰ ਧਨ ਪਰਦਾਰਾ ਸਿਉ ਰਚਿਓ। ਪਰਾਈ ਇਸਤਰੀ ਤੇ ਪਰਾਏ ਧਨ ਦੇ ਵੱਲ ਰਚਿਆ ਹੀ ਰਹਿੰਦਾ, ਹਰ ਵੇਲੇ ਮਿਲਿਆ ਰਹਿੰਦਾ, ਬੜਾ ਸਵਾਦ ਲੈ ਲੈ ਕੇ ਉਹਨਾਂ ਕਰਮਾਂ ਨੂੰ ਕਰਦਾ ਹੈ। ਰਚਿਓ ਤੋਂ ਭਾਵ ਹੁੰਦਾ ਰਚ ਵਿੱਚ ਜਾਣਾ, ਕਿਸੇ ਵਿੱਚ ਖੋਭੀ ਜਾਣਾ, ਕਿਸੇ ਚੀਜ਼ ਦੇ ਵਿੱਚ। ਮੰਨ ਲਓ ਕਿਸੇ ਕੋਲ ਬਹੁਤਾ ਧਨ ਹੈ, ਉਹਦੇ ਧਨ ਦੀ ਹਰ ਵੇਲੇ ਚਿਤਮਨੀ ਕਰਦੇ ਰਹਿਣਾ, ਹਰ ਵੇਲੇ ਉਹਦੇ ਵਿੱਚ ਫਸੇ ਹੀ ਰਹਿਣਾ, ਕਦੇ ਆਪਣਾ ਖਿਆਲ ਬਾਹਰ ਹੀ ਨਾ ਕੱਢਣਾ। ਰੋਟੀ ਪਾਣੀ ਖਾਂਦਿਆਂ, ਕੰਮਕਾਰ ਕਰਦਿਆਂ ਹਮੇਸ਼ਾ ਦੂਜੇ ਦੀ ਗੱਲ ਕਰਨੀ, ਫਲਾਣੇ ਕੋਲ ਪਤਾ ਨਹੀਂ ਕਿੱਥੋਂ ਪੈਸਾ ਆਇਆ, ਹਰ ਵੇਲੇ ਇਹ ਗੱਲ ਮੂੰਹ ਵਿੱਚੋਂ ਨਿਕਲਣੀ। ਇਹਨੂੰ ਕਹਿੰਦੇ ਫਸ ਜਾਣਾ, ਖੁੱਭ ਜਾਣਾ ਕਿਸੇ ਚੀਜ਼ ਦੇ ਵਿੱਚ। ਜਾਂ ਦੂਜੇ ਦੇ ਘਰ ਕੋਈ ਚੰਗਾ ਮੈਂਬਰ ਹੈ, ਉਸ ਮੈਂਬਰ ਦੇ ਚੰਗੇ ਸਰੂਪ ਦੇ ਵਿੱਚ ਹੀ ਖੁੱਭ ਜਾਣਾ ਵੀ ਇਹ ਇੰਨਾ ਸੋਹਣਾ ਇਸ ਨੂੰ ਕਿਵੇਂ ਪ੍ਰਾਪਤ ਹੋ ਗਿਆ ਹੈ। ਮਹਾਰਾਜ ਕਹਿੰਦੇ ਇਹੋ ਜਿਹਾ ਰਚਿਆ, ਇਹੋ ਜਿਹਾ ਫਸਿਆ ਕਿ ਉਹਦੇ ਵਿੱਚੋਂ ਨਿਕਲ ਨਹੀਂ ਸਕਦਾ। ਫਿਰ ਹੁੰਦਾ ਕੀ ਹੈ, ਬਿਰਥਾ ਜਨਮ ਸਿਰਾਵੈ, ਸਾਰੇ ਦਾ ਸਾਰਾ ਜਨਮ ਵਿਅਰਥ ਹੀ ਚਲੇ ਗਿਆ। ਦੂਜੇ ਦੇ ਧਨ ਵੇਖਦਿਆਂ, ਦੂਜੇ ਦਾ ਰੂਪ ਵੇਖਦਿਆਂ, ਦੂਜੇ ਦਾ ਸਰੀਰ ਵੇਖਦਿਆਂ, ਭੋਗਦਿਆਂ ਇਹਨਾਂ ਕੰਮਾਂ ਦੇ ਵਿੱਚ ਸਾਰਾ ਜਨਮ ਵਿਅਰਥ ਗਵਾ ਦਿੱਤਾ। ਇੱਕ ਵੀ ਸਮਾਂ ਰੱਬ ਦੀ ਬੰਦਗੀ ਵਾਲੇ ਪਾਸੇ ਨਹੀਂ ਦਿੱਤਾ ਹੈ। ਮਦ ਮਾਇਆ ਕੇ ਭਇਓ ਬਾਵਰੋ। ਜਿਹੜਾ ਮਾਇਆ ਦਾ ਮਦ ਨਸ਼ਾ ਹੈ, ਮਾਇਆ ਦਾ ਵੀ ਇੱਕ ਗੁਰਮੁਖੋ ਨਸ਼ਾ ਹੁੰਦਾ ਹੈ। ਮਾਇਆ ਦੇ ਨਸ਼ੇ ਵਿੱਚ ਇੰਨੀ ਆਕੜ ਆ ਜਾਂਦੀ ਹੈ, ਜਿਵੇਂ ਕੋਈ ਬੰਦਾ ਪ੍ਰਤੱਖ ਸ਼ਰਾਬ ਪੀ ਲਵੇ ਨਾ,
ਉਹਦੇ ਨਾਲ ਗੱਲ ਕੋਈ ਹੋਰ ਕਰੋ ਤੇ ਜਵਾਬ ਅੱਗੋਂ ਹੋਰ ਹੀ ਦਿੰਦਾ ਹੈ। ਉਹ ਜੀ ਕਰੇ ਤੇ ਜਵਾਬ ਦਿੰਦਾ, ਜੀ ਕਰੇ ਤੇ ਨਹੀਂ ਵੀ ਕਈ ਵਾਰੀ ਦਿੰਦਾ। ਉਹ ਨਹੀਂ ਵੇਖਦਾ ਵੀ ਇਹ ਮੇਰਾ ਰਿਸ਼ਤੇਦਾਰ ਮੇਰੇ ਕੋਲ ਬੈਠਾ ਹੈ ਕਿ ਵੱਡਾ ਛੋਟਾ ਬੈਠਾ ਹੈ। ਸ਼ਰਾਬੀ ਦੀ ਆਪਣੀ ਮਰਜ਼ੀ ਹੈ, ਕੀ ਪਤਾ ਉਹਨੇ ਗਾਲ ਕੱਢਣੀ, ਮਾੜਾ ਬੋਲਣਾ, ਚੰਗਾ ਬੋਲਣਾ, ਜਾਂ ਜਵਾਬ ਦੇਣਾ ਵੀ ਹੈ ਕਿ ਨਹੀਂ ਦੇਣਾ, ਕਿਉਂਕਿ ਉਹਨੂੰ ਨਸ਼ਾ ਹੋ ਗਿਆ ਹੈ। ਨਸ਼ੇ ਦੇ ਲੋਰ ਵਿੱਚ ਉਹ ਝੂਮਦਾ ਪਿਆ। ਪਾਤਸ਼ਾਹ ਕਹਿਣ ਲੱਗੇ ਭਾਈ ਮਾਇਆ ਦਾ ਵੀ ਇਸੇ ਤਰ੍ਹਾਂ ਦਾ ਹੀ ਨਸ਼ਾ ਹੈ। ਜਿਹਦੇ ਕੋਲ ਮਾਇਆ ਆ ਜਾਂਦੀ ਹੈ ਨਾ, ਉਹਦਾ ਕੋਈ ਪਤਾ ਨਹੀਂ, ਉਹਨੇ ਰਾਹ ਜਾਂਦੇ ਨੂੰ ਗਾਲ ਕੱਢ ਦੇਣੀ ਹੈ। ਜੇ ਕੋਈ ਕੋਲ ਆ ਕੇ ਬੈਠ ਗਿਆ ਤੇ ਉਹਨੂੰ ਜਵਾਬ ਦੇਣਾ ਜਾਂ ਨਹੀਂ ਦੇਣਾ, ਉਹਨੇ ਕਿਸੇ ਦੇ ਦੁੱਖ ਸੁੱਖ ਤੇ ਜਾਣਾ ਜਾਂ ਨਹੀਂ ਜਾਣਾ, ਉਹ ਤੇ ਆਪਣੀ ਖੁਮਾਰੀ ਵਿੱਚ ਹੀ ਹੈ। ਉਹਨੂੰ ਇਸੇ ਚੀਜ਼ ਦਾ ਨਸ਼ਾ ਵੀ ਮੇਰੇ ਕੋਲ ਮਾਇਆ ਬੜੀ ਹੈ, ਮੇਰੇ ਕੋਲ ਧਨ ਬੜਾ ਹੈ, ਮੈਨੂੰ ਕਿਤੇ ਜਾਣ ਦੀ ਕੀ ਲੋੜ ਹੈ, ਇਹਨੂੰ ਲੋੜ ਹੋਈ ਤੇ ਮੇਰੇ ਕੋਲ ਆਵੇਗਾ। ਸੋ ਉਹ ਮਾਇਆ ਦਾ ਨਸ਼ਾ, ਆਪਣੇ ਰੁਤਬੇ ਦਾ ਨਸ਼ਾ, ਆਪਣੇ ਵੱਡੇ ਪੁਣੇ ਦਾ ਨਸ਼ਾ ਹੀ ਇਹੋ ਜਿਹਾ ਆ ਗਿਆ। ਆਪਣੇ ਸਾਕ ਸੰਬੰਧੀਆਂ ਨਾਲੋਂ, ਰਿਸ਼ਤੇਦਾਰਾਂ ਨਾਲੋਂ, ਭੈਣਾਂ ਭਰਾਵਾਂ ਨਾਲੋਂ, ਸਾਰਿਆਂ ਨਾਲੋਂ ਟੁੱਟ ਗਿਆ। ਜਦੋਂ ਕਿਸੇ ਦੇ ਘਰੇ ਕੋਈ ਪ੍ਰੋਗਰਾਮ ਹੁੰਦਾ ਹੈ ਉਦੋਂ ਕਹਿੰਦਾ ਮੈਂ ਨਹੀਂ ਜਾ ਸਕਦਾ, ਕਿਉਂਕਿ ਉਹ ਤੇ ਮੇਰੇ ਤੋਂ ਥੱਲੇ ਹੈ, ਮੈਨੂੰ ਕੀ ਲੋੜ ਹੈ, ਮੈਂ ਨਹੀਂ ਜਾਵਾਂਗਾ। ਜਦੋਂ ਆਪਣੇ ਘਰੇ ਕੋਈ ਪ੍ਰੋਗਰਾਮ ਕਰਾਉਂਦਾ, 4 ਜੀ ਇਕੱਠੇ ਕਰਦਾ, ਇਹਦੇ ਘਰੇ ਕੋਈ ਆ ਕੇ ਵੜਦਾ ਨਹੀਂ। ਕਿਉਂ ਨਹੀਂ? ਕਿਉਂਕਿ ਆਪ ਨਹੀਂ ਗਿਆ। ਜਦੋਂ ਗਿਆ ਨਹੀਂ ਤੇ ਕੋਈ ਆਵੇਗਾ ਕਿਉਂ? ਉਸ ਵੇਲੇ ਆਖਦਾ ਫਲਾਣਾ ਮੇਰੇ ਕੋਲ ਨਹੀਂ ਆਇਆ ਹੈ। ਆਪ ਤੇ ਮਾਇਆ ਦਾ ਨਸ਼ਾ ਹੈ ਤੇਰੇ ਮਨ ਵਿੱਚ ਵੀ ਮੇਰੇ ਵਰਗਾ ਕੋਈ ਨਹੀਂ ਹੈ, ਪਰ ਜਦੋਂ ਦੂਜੇ ਦੀ ਵਾਰੀ ਆਉਂਦੀ ਹੈ ਫਿਰ ਰੋਸ ਕਰਦਾ ਹੈ। ਮਹਾਰਾਜ ਕਹਿਣ ਲੱਗੇ ਮਦ ਮਾਇਆ ਕੇ ਭਇਓ ਬਾਵਰੋ। ਬਾਵਰਾ ਕਹਿੰਦੇ ਝੱਲੇ ਨੂੰ, ਜਿਹੜਾ ਝੱਲਾ ਹੋ ਜਾਵੇ, ਮਸਤਾਨਾ ਦੀਵਾਨਾ ਹੋ ਜਾਵੇ। ਕਹਿਣ ਲੱਗੇ ਮਾਇਆ ਦੇ ਨਸ਼ੇ ਵਿੱਚ ਇਹੋ ਜਿਹਾ ਮਸਤਾਨਾ ਹੋ ਗਿਆ, ਦੀਵਾਨਾ ਹੋ ਗਿਆ, ਦੁਨੀਆਦਾਰੀ ਦੀ ਖਬਰ ਹੀ ਨਹੀਂ ਰਹਿ ਗਈ ਹੈ। ਸ਼ਰੇ ਆਮ ਲੜਾਈ ਕਰਦਾ ਹੈ, ਝਗੜਾ ਕਰਦਾ, ਵਕਾਰ ਭੋਗਦਾ ਹੈ, ਦੁਨੀਆ ਨੂੰ ਆਖਦਾ ਜਾਓ ਜੋ ਮੇਰਾ ਮਰਜ਼ੀ ਕਰ ਲਵੋ, ਤੁਸੀਂ ਮੇਰਾ ਕੁਝ ਨਹੀਂ ਕਰ ਸਕਦੇ। ਮਾਇਆ ਦੀ ਖੁਮਾਰੀ ਇਹੋ ਜਿਹੀ ਚੜ੍ਹ ਗਈ, ਨਸ਼ਾ ਇਹੋ ਜਿਹਾ ਚੜ੍ਹ ਗਿਆ, ਕਰਤੂਤਾਂ ਸ਼ਰੇਆਮ ਕਰਦਾ ਹੈ, ਦੁਨੀਆ ਨੂੰ ਵੰਗਾਰਦਾ ਵੀ ਜਾਓ ਜੋ ਕਰਨਾ ਉਹ ਕਰ ਲਵੋ। ਕਹਿੰਦੇ ਐਸੀ ਹਾਲਤ ਹੋ ਜਾਂਦੀ ਹੈ, ਇਹੋ ਜਿਹਾ ਨਸ਼ਾ ਇਸ ਮਨ ਨੂੰ ਮਾਇਆ ਦਾ ਚੜ੍ਹਦਾ ਹੈ। ਸੂਜਤ ਨਾ ਕਛ ਗਿਆਨਾ। ਜੇ ਇਹਨੂੰ ਕੋਈ ਗਿਆਨ ਦੀ ਗੱਲ ਕਹੀਏ ਨਾ ਵੀ ਭਾਈ ਆਹ ਕੰਮ ਨਾ ਕਰ, ਤੇਰੇ ਤੋਂ ਪਹਿਲਾਂ ਵੀ ਬੜੇ ਮਾਇਆ ਧਾਰੀ ਹੋਏ, ਉਹਨਾਂ ਨਾਲ ਆਹ ਹੋ ਗਿਆ, ਉਹਨਾਂ ਨਾਲ ਆਹ ਹੋ ਗਿਆ। ਕਿਸੇ ਸਿਆਣੇ ਬੰਦੇ ਦੀ ਉਦਾਹਰਨ ਦੇ ਦਈਏ, ਕਿਸੇ ਰਾਜੇ ਮਹਾਰਾਜੇ ਦੀ ਜਾਂ ਦੇਵਤੇ ਪੈਗੰਬਰ ਦੀ ਗੱਲ ਕਰ ਦਈਏ, ਕਹਿਣ ਲੱਗਾ ਆਪਣਾ ਗਿਆਨ ਦਾ ਕਹਿਤਾ ਬੰਦ ਕਰ ਲਾ, ਇਹ ਗਿਆਨ ਦਾ ਗ੍ਰੰਥ ਬੰਦ ਕਰ, ਮੈਨੂੰ ਨਹੀਂ ਇਹੋ ਜਿਹੀਆਂ ਗੱਲਾਂ ਚਾਹੀਦੀਆਂ, ਤੂੰ ਮੇਰਾ ਸਮਾਂ ਬਰਬਾਦ ਕਰਦਾ ਪਿਆ। ਜੇ ਕੋਈ ਚੰਗੀ ਗੱਲ ਸੁਣਾਉਣਾ ਚਾਹਵੇ ਤੇ ਕਹਿਣ ਲੱਗਾ ਬੰਦ ਹੋ ਜਾ, ਇਹ ਮੈਂ ਨਹੀਂ ਸੁਣਨੀ ਹੈ। ਗਿਆਨ ਦੀ ਗੱਲ ਤੇ ਸੁਣਦਾ ਹੀ ਨਹੀਂ, ਮਾਇਆ ਦੇ ਨਸ਼ੇ ਨੇ ਅੰਨ੍ਹਿਆ ਕਰ ਛੱਡਿਆ। ਹੁਣ ਸ਼ਰਾਬੀ ਨੇ ਸ਼ਰਾਬ ਪੀਤੀ ਰੱਜਿਆ ਹੋਇਆ ਨਾ, ਭਾਵੇਂ ਸਾਰਾ ਟੱਬਰ ਉਹਦੇ ਕੋਲ ਬੈਠ ਕੇ ਸਿੱਖਿਆ ਦੇਈ ਜਾਵੇ ਵੀ ਇਹ ਸ਼ਰਾਬ ਬੜੀ ਮਾੜੀ ਹੈ, ਤੇਰਾ ਨੁਕਸਾਨ ਕਰੇਗੀ, ਪਰਿਵਾਰ ਦਾ ਨੁਕਸਾਨ ਕਰੇਗੀ, ਧਨ ਦਾ ਨੁਕਸਾਨ ਕਰੇਗੀ, ਜਿੰਨਾ ਮਰਜ਼ੀ ਉਹਨੂੰ ਕਹੀ ਜਾਓ, ਉਹ ਤੇ ਆਪਣੇ ਲੋਰ ਵਿੱਚ ਹੈ। ਤੁਹਾਡਾ ਗਿਆਨ ਧਿਆਨ, ਤੁਹਾਡਾ ਦਿਮਾਗ ਥੱਕ ਜਾਏਗਾ, ਜ਼ੁਬਾਨ ਥੱਕ ਜਾਏਗੀ, ਸ਼ਰਾਬੀ ਨੂੰ ਕੋਈ ਅਸਰ ਨਹੀਂ ਹੈ। ਕੱਲ੍ਹ ਨੂੰ ਜਦੋਂ ਸਮਾਂ ਹੋਵੇਗਾ ਉਹ ਉਸੇ ਤਰ੍ਹਾਂ ਹੀ ਫਿਰ ਲੋਟ-ਪੋਟ ਹੋ ਜਾਏਗਾ, ਕਿਉਂਕਿ ਉਹ ਨਸ਼ੇ ਦੇ ਵਿੱਚ ਹੈ। ਤੁਹਾਡੀ ਕੋਈ ਗਿਆਨ ਦੀ ਗੱਲ ਉਹਦੇ ਉੱਪਰ ਦੀ ਲੰਘ ਗਈ ਹੈ। ਇਸੇ ਤਰ੍ਹਾਂ ਜਿਹਨੂੰ ਮਾਇਆ ਦਾ ਨਸ਼ਾ ਹੋ ਗਿਆ ਨਾ ਗੁਰਮੁਖੋ, ਉਹਨੂੰ ਜਿੰਨੀਆਂ ਮਰਜ਼ੀ ਗੱਲਾਂ ਸੁਣਾ ਲਵੋ ਸੁਣੇਗਾ ਹੀ ਨਹੀਂ। ਮਹਾਰਾਜ ਨੇ ਤਾਂ ਹੀ ਆਖਿਆ ਮਾਇਆ ਧਾਰੀ ਅਤ ਅੰਨਾ ਬੋਲਾ, ਇਹ ਸ਼ਬਦ ਮਹਾਰਾਜ ਨੇ ਵਰਤੇ ਨੇ। ਮਾਇਆ ਧਾਰੀ ਅਤ ਅੰਨਾ ਬੋਲਾ, ਸ਼ਬਦ ਨਾ ਸੁਣੀ ਬਹੁ ਰੋਲ ਕਚੋਲਾ, ਇਹ ਬਚਨ ਪਾਤਸ਼ਾਹ ਜੀ ਨੇ ਵਰਤੇ। ਮਾਇਆ ਧਾਰੀ ਅਤ ਅੰਨਾ, ਦਿਸਦਾ ਹੀ ਕੁਝ ਨਹੀਂ ਹੈ, ਆਪਣੀ ਮਰਜ਼ੀ ਕਰਦਾ ਪਿਆ, ਬੋਲਾ ਹੋ ਜਾਂਦਾ, ਜਿੰਨੀਆਂ ਮਰਜ਼ੀ ਗਿਆਨ ਦੀਆਂ ਗੱਲਾਂ, ਧਰਮ ਦੀਆਂ ਗੱਲਾਂ ਕਰੋ, ਕਹਿਣ ਲੱਗਾ ਵੀ ਨਹੀਂ ਮੈਨੂੰ ਇਹ ਗੱਲਾਂ ਕੋਈ ਸੁਣਾਈ ਨਹੀਂ ਦਿੰਦੀਆਂ। ਜਿਵੇਂ ਬਹੁਤੇ ਸ਼ੋਰ ਸ਼ਰਾਬੇ ਦੇ ਵਿੱਚ ਕੋਈ ਗੱਲ ਸੁਣਾਈ ਨਹੀਂ ਦਿੰਦੀ, ਪੱਲੇ ਨਹੀਂ ਪੈਂਦੀ ਹੈ, ਇਸੇ ਤਰ੍ਹਾਂ ਉਸ ਵਿਅਕਤੀ ਦੇ ਮਨ ਵਿੱਚ ਵਿਕਾਰਾਂ ਦਾ ਇੰਨਾ ਸ਼ੋਰ ਹੋ ਰਿਹਾ ਹੈ ਕਿ ਉਸ ਨੂੰ ਗਿਆਨ ਦੀ ਗੱਲ ਸਮਝ ਨਹੀਂ ਆਉਂਦੀ। ਸਮਝਤ ਨਹਿ ਰੇ ਕਛ ਗਿਆਨਾ, ਕੋਈ ਵੀ ਗਿਆਨ ਦੀ ਗੱਲ ਇਸ ਨੂੰ ਸੁਝਦੀ ਨਹੀਂ। ਐਸਾ ਇਹ ਮਾਇਆ ਦੇ ਨਸ਼ੇ ਵਿੱਚ ਝੱਲਾ ਹੋਇਆ ਹੈ। ਘਟ ਹੀ ਭੀਤਰ ਬਸਤ ਨਰੰਜਨ, ਤਾਂ ਕੋ ਮਰਮ ਨਾ ਜਾਣਾ। ਦੇ ਵਿੱਚ ਪਰਮਾਤਮਾ ਵਸਦਾ ਸਾਡੇ ਸਾਰਿਆਂ ਦੇ, ਪਰ ਉਹਦੇ ਭੇਦ ਨੂੰ ਬੰਦਾ ਕਦੇ ਨਹੀਂ ਜਾਣ ਸਕਿਆ। ਵਸਦਾ ਅੰਦਰ ਹੀ ਪਿਆ ਹੈ, ਪਰ ਉਸ ਅੰਦਰ ਵਸਣ ਵਾਲੇ ਦੇ ਕਦੇ ਭੇਦ ਨੂੰ ਜਾਣਿਆ ਨਹੀਂ। ਉਹਦਾ ਕਾਰਨ ਇਹ ਹੈ ਮਾਇਆ ਦਾ ਨਸ਼ਾ ਹੀ ਇੰਨਾ ਹੋ ਗਿਆ, ਅੰਦਰ ਵਸਣ ਵਾਲੇ ਨੂੰ ਵੀ ਜਾਣ ਨਹੀਂ ਸਕਿਆ ਹੈ। ਜਬੀ ਸਰਨ ਸਾਧ ਕੀ ਆਇਓ, ਦੁਰਮਤ ਸਗਲ ਬਿਨਾਸੀ। ਸਤਿਗੁਰਾਂ ਨੂੰ ਪੁੱਛਿਆ ਮਹਾਰਾਜ ਕੀ ਕਰੀਏ? ਜਿਵੇਂ ਆਪਾਂ ਪਹਿਲਾਂ ਬਚਨ ਕੀਤਾ ਸੀ ਨਾ ਵੀ ਦੁਸ਼ਮਣ ਨੂੰ ਜਿੱਤਣਾ ਹੋਵੇ ਤੇ ਬਹੁਤਿਆਂ ਨੂੰ ਇਕੱਠਾ ਹੋਣਾ ਪੈਂਦਾ ਹੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਸਾਧੂ ਦੀ ਸ਼ਰਨ ਵਿੱਚ ਆ ਜਾ।
ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਸ਼ਰਨ ਵਿੱਚ ਆ। ਇੱਥੇ ਬਹੁਤੀ ਸੰਗਤ ਬੈਠੀ ਹੈ, ਸਾਰੇ ਜਾਣੇ ਇੱਕ ਵਾਰੀ ਵਾਹਿਗੁਰੂ ਕਹਿਣਗੇ ਤੇ ਸਾਰਿਆਂ ਦੇ ਮੂੰਹ ਵਿੱਚੋਂ ਵਾਹਿਗੁਰੂ ਨਿਕਲੇਗਾ। ਏਡੀ ਵੱਡੀ ਤੇਰੀ ਫੌਜ ਬਣ ਜਾਏਗੀ, ਏਡੀ ਵੱਡੀ ਤਾਕਤ ਆ ਜਾਏਗੀ। ਜਦੋਂ ਸਾਧੂ ਦੀ ਸ਼ਰਨ ਵਿੱਚ ਆਏਗਾ, ਦੁਰਮਤ ਸਗਲ ਬਿਨਾਸੀ, ਫਿਰ ਸਾਰੀ ਖੋਟੀ ਮਤ ਨਾਸ ਹੋ ਜਾਂਦੀ ਹੈ। ਕਿਉਂ? ਕਿਉਂਕਿ ਸਾਧੂ ਦੀ ਕਮਾਈ ਵਾਲੇ ਬਚਨ ਨੇ ਨਾ, ਕਮਾਈ ਵਾਲੇ ਬਚਨ ਦੇ ਨਾਲ ਉਹ ਜਿਹੜਾ ਪਾਪ ਕਰਮ ਹੁੰਦਾ ਛੁੱਟ ਜਾਂਦਾ। ਜਿਵੇਂ ਲੱਖੂ ਨਾਮ ਦਾ ਇੱਕ ਡਾਕੂ ਹੋਇਆ, ਡਾਕਾ ਸਾਰੀ ਉਮਰ ਮਾਰਿਆ, ਪਰ ਇੱਕ ਵੇਲੇ ਕਿਸੇ ਸਾਧੂ ਦੀ ਸੰਗਤ ਹੋ ਗਈ। ਸਾਧੂ ਨੇ ਬਚਨ ਆਖਿਆ, ਕਹਿਣ ਲੱਗਾ ਜਿਹੜੇ ਕੰਮ ਕਰਦਾ ਪਿਆ ਲੇਖਾ ਦੇਣਾ ਪਵੇਗਾ। ਇਹੋ ਜਿਹਾ ਬਚਨ ਮੂੰਹੋਂ ਨਿਕਲਿਆ। ਇਹ ਡਾਕੂ ਜਿਹੜਾ ਸੀ ਸਭ ਕੁਝ ਛੱਡ ਕੇ ਤੇ ਗੁਰੂ ਦਾ ਪ੍ਰੇਮੀ ਨੇਮੀ ਸਿੱਖ ਬਣ ਗਿਆ। ਮਹਾਰਾਜ ਕਹਿੰਦੇ ਸੰਗਤ ਇਹੋ ਜਿਹੀ ਹੈ, ਇੱਥੇ ਆ ਕੇ ਸਾਰੀਆਂ ਗੁਰ ਦੁਰਮਤ ਖੋਟੀਆਂ ਮੱਤਾਂ ਸਾਰੀਆਂ ਨਾਸ ਹੋ ਜਾਂਦੀਆਂ। ਇਹ ਸਾਧ ਸੰਗਤ ਵਿੱਚੋਂ, ਗੁਰੂ ਦੀ ਸੰਗਤ ਵਿੱਚੋਂ ਐਸੀ ਦਾਤ ਮਿਲਦੀ ਹੈ। ਤਬ ਨਾਨਕ ਚੇਤਿਓ ਚਿੰਤਾਮਨ ਕਾਟੀ ਜਮ ਕੀ ਫਾਸੀ। ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਕਹਿਣ ਲੱਗੇ ਪ੍ਰਮਾਤਮਾ ਚਿੰਤਾਮਣੀ ਦੇ ਵਾਂਗ ਹੈ। ਚਿੰਤਾਮਣੀ ਤਾਂ ਆਖਿਆ, ਕਹਿਣ ਲੱਗੇ ਦੇਵਤਿਆਂ ਦੇ ਕੋਲ ਇੱਕ ਮਣੀ ਹੈ, ਉਹਦੇ ਕੋਲ ਖੜ ਕੇ ਕੋਈ ਵੀ ਚਿੰਤਾ ਕਰੀਏ, ਕੋਈ ਵੀ ਚੀਜ਼ ਨੂੰ ਚੇਤੇ ਕਰੀਏ ਨਾ ਮੈਨੂੰ ਆਹ ਮਿਲ ਜਾਵੇ, ਉਹ ਮਣੀ ਉਹ ਚੀਜ਼ ਦੇ ਦਿੰਦੀ ਹੈ। ਇਹ ਗ੍ਰੰਥਾਂ ਵਿੱਚ ਲਿਖਿਆ ਹੋਇਆ ਵੀ ਇਸ ਤਰ੍ਹਾਂ ਦਾ ਕੋਈ ਪਦਾਰਥ ਹੈ। ਮਹਾਰਾਜ ਕਹਿਣ ਲੱਗੇ ਉਹ ਪ੍ਰਮਾਤਮਾ ਖੁਦ ਚਿੰਤਾਮਣੀ ਬਣਾਉਣ ਵਾਲਾ ਹੈ। ਤੂੰ ਇੱਕ ਵਾਰੀ ਚੇਤੇ ਤੇ ਕਰ ਤੇ ਕਿਹੜਾ ਪਦਾਰਥ ਹੈ ਜਿਹੜਾ ਤੈਨੂੰ ਦੇਵੇਗਾ ਨਹੀਂ। ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ, ਕਿਹੜੀ ਵਸਤੂ ਹੈ? ਸੋ ਕਹੋ ਨਾਨਕ ਤਬ ਨਾਨਕ ਚੇਤਿਓ ਚਿੰਤਾ ਮਨ। ਜਦੋਂ ਸਾਧੂ ਦੀ ਸੰਗਤ ਵਿੱਚ ਗਏ, ਦੁਰਮਤ ਸਾਰੀ ਨਾਸ ਹੋ ਗਈ। ਉਸ ਵੇਲੇ ਪ੍ਰਮਾਤਮਾ ਨੂੰ ਚੇਤੇ ਕੀਤਾ ਜਿਹੜਾ ਚਿੰਤਾਮਣੀ ਦੇ ਵਾਂਗ ਸਾਰੇ ਪਦਾਰਥ ਦੇਣ ਵਾਲਾ ਹੈ। ਕਾਟੀ ਜਮ ਕੀ ਫਾਸੀ, ਉਹਨੇ ਤੇ ਜਮਾਂ ਦੀ ਫਾਹੀ ਕੱਟ ਦਿੱਤੀ, ਜੰਮਣ ਮਰਨ ਦਾ ਬੰਧਨ ਹੀ ਕੱਟ ਦਿੱਤਾ, ਜੰਮਣ ਮਰਨ ਤੋਂ ਮੁਕਤ ਕਰ ਦਿੱਤਾ। ਐਸੀਆਂ ਦਾਤਾਂ ਸਤਿਗੁਰੂ ਨੇ ਬਖਸ਼ਿਸ਼ ਕਰ ਦਿੱਤੀਆਂ, ਪਰ ਹੋਈਆਂ ਉਹਨਾਂ ਨੂੰ ਜਿਹੜੇ ਸ਼ਰਨ ਵਿੱਚ ਚੱਲ ਕੇ ਗਏ। ਸ਼ਰਨ ਵਿੱਚ ਜਾਣ ਵਾਲਿਆਂ ਦੀ ਟੂਟੀ ਜਮ ਕੀ ਫਾਸੀ, ਇਹ ਬਚਨ ਆਪਾਂ ਗੁਰਬਾਣੀ ਦਾ ਪੜ੍ਹਦੇ ਹਾਂ। ਉਹਨਾਂ ਦੀਆਂ ਜਮਾਂ ਦੀਆਂ ਫਾਹੀਆਂ ਟੁੱਟ ਗਈਆਂ, ਕੱਟੀਆਂ ਗਈਆਂ, ਜਿਨ੍ਹਾਂ ਨੂੰ ਨਾਮ ਦੀ ਪ੍ਰਾਪਤੀ ਹੋਈ। ਇਹ ਸਤਿਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਨੇ ਸਾਨੂੰ ਉਪਦੇਸ਼ ਬਖਸ਼ਿਸ਼ ਕੀਤਾ। ਸਮੇਂ ਦੀ ਸਮਾਪਤੀ, ਭੁੱਲਾਂ ਦੀ ਮੁਆਫੀ ਦਿਓ ਸੱਜਣਾ ਸੀਸੜੀਆਂ, ਜੋ ਹੋਵੇ ਸਾਹਿਬ ਸਿਓ ਮੇਲ। ਜਬੀ ਸਰਨ ਸਾਧ ਕੀ ਆਇਓ ਦੁਰਮਤ ਸਗਲ ਬਿਨਾਸੀ। ਤਬ ਨਾਨਕ ਚੇਤਿਓ ਚਿੰਤਾਮਨ ਕਾਟੀ ਜਮ ਕੀ ਫਾਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ